ਮਨ 'ਚ ਇੱਕ ਰੀਝ ਜਿਹੀ ਸੀਗੀ ਕਿ ਬਾਗਾਂ ਦਾ ਇੱਦਾਂ ਦਾ ਬਾਗ ਆਪਣਾ ਵੀ ਹੋਣਾ ਚਾਹੀਦਾ। 2011 'ਚ ਕੁਛ ਪੌਦੇ ਜਿਹੜੇ 20-25 ਪੌਦੇ ਲਿਆ ਕੇ ਲਾਏ ਸੀ। 6 ਸਾਲ ਹੋ ਗਏ ਇਸ ਕ੍ਰੌਪ ਨੂੰ ਲੈਂਦਿਆਂ। ਹਾਂ, ਰਿਸਕ ਦੀ ਜ਼ਰੂਰ ਗੱਲ ਹੈ। ਇਹਦੇ ਵਿੱਚ ਤਕਰੀਬਨ 15 ਤੋਂ 18 ਸਪਰੇਆਂ ਜਿਹੜੀਆਂ ਹੁੰਦੀਆਂ। ਇਹਨਾਂ ਦੋ ਹੀ ਚੀਜ਼ਾਂ ਦਾ ਤਿੰਨਾਂ ਦਾ ਖਿਆਲ ਰੱਖਣਾ। ਬਰਡ ਨੈਟ ਜ਼ਰੂਰੀ ਹੈ। ਸਪਰੇਆਂ ਤੋਂ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਸਟੋਰ ਕਰਨ ਦੀ ਲੋੜ ਨਹੀਂ ਹੈ। ਹੁਣ ਇਹ ਸੇਬ ਦੀ ਮੈਂ ਫਸਲ ਲਾਈ ਆ, ਇਹਦੀ ਐਵਰੇਜ ਲਾਈਫ ਹੈ ਜਿਹੜੀ 60 ਸਾਲ ਹੈ। ਵੈਸੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੁੰਦੇ, ਮੈਂ ਪੰਜਾਬੀ 'ਚ ਅਨੁਵਾਦ ਕਰਕੇ ਕਹਿ ਦਿੰਦਾ ਹੈ ਕਿ ਇੱਕ ਸੇਬ ਜੇ ਰੋਜ਼ ਖਾਓਗੇ ਤਾਂ ਬਿਮਾਰੀਆਂ ਤੋਂ ਦੂਰ ਰਹੋਗੇ, ਡਾਕਟਰ ਤੋਂ ਦੂਰ ਰਹੋਗੇ। ਕਸ਼ਮੀਰ ਦੀ ਗੱਲ ਚੱਲੇਗੀ ਜਦੋਂ ਸੇਬ ਦਾ ਜ਼ਿਕਰ ਹੋਏਗਾ, ਅਤੇ ਜੇ ਸੇਬ ਦਾ ਜ਼ਿਕਰ ਕਰਦੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਥੋੜ੍ਹੀ ਹੈਰਾਨੀ ਜ਼ਰੂਰ ਹੁੰਦੀ ਹੈ। ਪਰ ਇਸ ਹੈਰਾਨੀ ਨੂੰ ਹਕੀਕਤ ਦੇ ਵਿੱਚ ਬਦਲਿਆ ਹੈ ਗੁਰਿੰਦਰ ਸਿੰਘ ਬਾਜਵਾ ਨੇ, ਜਿਹੜੇ ਬਾਗਬਾਨੀ ਦੇ ਸਹਾਇਕ ਡਾਇਰੈਕਟਰ ਨੇ, ਔਰ ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਸੇਬ ਦਾ ਬਾਗ ਜਿਹੜਾ ਉਹ ਬਣਾਇਆ। ਔਰ ਇਸ ਵੇਲੇ ਬੰਪਰ ਫਸਲ ਤੁਹਾਨੂੰ ਮੇਰੇ ਬਿਲਕੁਲ ਪਿੱਛੇ ਜਿਹੜੀ ਆ ਉਹ ਨਜ਼ਰ ਆਉਂਦੀ ਹੋਏਗੀ। ਸੇਬ ਜਿਹੜਾ ਉਹ ਲੱਗਾ ਹੋਇਆ ਤਕਰੀਬਨ ਪੱਕਣ ਦੇ ਨੇੜੇ ਪਹੁੰਚ ਗਿਆ, ਅਤੇ ਕੁਝ ਪੱਕੇ ਹੋਏ ਵੀ ਨਜ਼ਰ ਆਉਂਦੇ ਆ, ਜਿਨ੍ਹਾਂ ਨੂੰ ਦੇਖ ਕੇ ਮੇਰੇ ਮੂੰਹ ਦੇ ਵਿੱਚ ਵੀ ਪਾਣੀ ਆਉਂਦਾ। ਪਰ ਇਸ ਵੇਲੇ ਮੂੰਹ 'ਚ ਪਾਣੀ ਬਹੁਤ ਸਾਰੀਆਂ ਗੱਲਾਂ ਜਾਣਨ ਲਈ ਆ ਰਿਹਾ ਹੈ, ਬਹੁਤ ਸਾਰੀ ਜਾਣਕਾਰੀ ਲੈਣ ਲਈ ਆ ਰਿਹਾ। ਗੁਰਿੰਦਰ ਸਿੰਘ ਬਾਜਵਾ ਹੋਰੀ ਸਾਡੇ ਨਾਲ ਮੌਜੂਦ ਨੇ। ਬਾਜਵਾ ਸਾਹਿਬ, ਥੋੜ੍ਹਾ ਜਿਹਾ ਨਜ਼ਦੀਕ ਆ ਜਾਓ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ। ਪਹਿਲੀ ਗੱਲ ਤਾਂ ਮੋਟੀ ਜੀ ਕਿ ਇਹ ਸੁਪਨਾ ਹੀ ਕਹਿ ਸਕਦੇ ਸੀਗੇ, ਇਹ ਸੋਚ ਹੀ ਕਹਿ ਸਕਦੇ ਸੀ, ਅਣਹੋਣੀ ਜੀ ਗੱਲ ਕਹਿ ਸਕਦੇ ਸੀ। ਪੰਜਾਬ ਦੇ ਵਿੱਚ ਸੇਬ ਦੀ ਪੈਦਾਵਾਰ ਇੱਕ ਦਾ ਹੋ ਸਕਦੀ ਹੈ, ਤਾਂ ਕਸ਼ਮੀਰ ਬਣਿਆ ਉਹਦੇ ਲਈ, ਅਤੇ ਇਹ ਸੁਪਨਾ ਕਿਵੇਂ ਲਿਆ ਅਤੇ ਫਿਰ ਸੁਪਨੇ ਨੂੰ ਸਾਕਾਰ ਕਿਵੇਂ ਕੀਤਾ? ਇੱਦਾਂ ਸੀ ਜੀ ਕਿ ਬਹੁਤ ਸਾਲ ਪਹਿਲਾਂ ਮੈਂ ਇੱਕ ਪ੍ਰਾਈਵੇਟ ਕੰਪਨੀ ਐਗਰੋ ਕੈਮੀਕਲ ਦੇ ਵਿੱਚ ਕੰਮ ਕਰਦਾ ਸੀ, ਬਾਇਰ ਇੰਡੀਆ ਜੀ। ਅਤੇ ਉਦੋਂ ਕਸ਼ਮੀਰ ਦੇ ਵਿੱਚ ਮੇਰੀ ਡਿਊਟੀ ਲੱਗੀ। ਉੱਥੇ ਸੇਬ ਦੇ ਬਾਗਾਂ ਦੇ ਸਪਰੇਅ ਵਗੈਰਾ ਕਰਵਾਉਂਦੇ ਸੀ। ਮਨ 'ਚ ਇੱਕ ਰੀਝ ਜਿਹੀ ਸੀਗੀ ਕਿ ਬਾਗਾਂ ਦਾ ਇੱਦਾਂ ਦਾ ਬਾਗ ਆਪਣਾ ਵੀ ਹੋਣਾ ਚਾਹੀਦਾ। ਆਪਣੇ ਪੰਜਾਬ ਦੇ ਵਿੱਚ ਤਾਂ ਜਨਰਲੀ ਜਿਹੜਾ ਬਾਗ ਹੈ ਉਹ ਤਕਰੀਬਨ ਸੰਤਰਿਆਂ ਦਾ ਬਾਗ, ਜਿਹੜਾ ਕਿੰਨੂ ਦਾ ਜ਼ਿਆਦਾ ਹੁੰਦਾ, ਸਾਡੇ ਕੋਲ ਵੀ ਸੀ। ਪਰ ਚਲੋ ਬਾਗਬਾਨੀ ਵਿੱਚ ਰਹਿੰਦੇ ਰਹਿੰਦੇ ਮੈਂ ਆਪਣੇ ਕੁਛ ਦੋਸਤਾਂ ਨਾਲ ਇਨ ਟੱਚ ਰਿਹਾ, ਤਾਂ ਪਤਾ ਲੱਗਾ ਕਿ ਲੋ ਚਿਲਿੰਗ ਵਰਾਇਟੀਜ਼ ਜਿਹੜੀਆਂ ਹੈਗੀਆਂ ਉਹ ਆ ਗਈਆਂ, ਜਿਨ੍ਹਾਂ ਨੂੰ ਜਿਹੜਾ ਠੰਡਕ ਲਈ ਤਕਰੀਬਨ 100 ਘੰਟੇ ਤੋਂ 150 ਘੰਟੇ ਦੀ ਜ਼ਰੂਰਤ ਹੁੰਦੀ ਆ। ਅਦਰਵਾਈਜ਼ ਜਿਹੜਾ ਆਮ ਐਪਲ, ਜਿਹੜਾ ਸੇਬ ਤੁਸੀਂ ਕਸ਼ਮੀਰ ਦਾ ਜਾਂ ਆਪਣਾ ਹਿਮਾਚਲ ਦਾ ਜਿਹੜਾ ਆ, ਉਹਨੂੰ 1200 ਤੋਂ ਲੈ ਕੇ 2200 ਘੰਟਾ ਚਿਲਿੰਗ ਆਰ ਚਾਹੀਦਾ। ਚਿਲਿੰਗ ਆਰ ਜਿਹੜੇ ਹੁੰਦੇ ਆ ਉਹਨੂੰ ਕਿਹਾ ਜਾਂਦਾ ਕਿ ਜਿਹੜਾ 7 ਡਿਗਰੀ ਟੈਂਪਰੇਚਰ ਤੋਂ 7 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਤੋਂ ਘੱਟ ਹੋਵੇ, ਉਹਨੂੰ ਚਿਲਿੰਗ ਆਰਸ ਕਿਹਾ ਜਾਂਦਾ, ਉਹ ਗਿਣੇ ਜਾਂਦੇ ਆ। ਪਰ ਇਹ ਵਰਾਇਟੀਜ਼ ਕੁਛ ਦੁਨੀਆ ਦੇ ਵਿੱਚ ਡਿਵੈਲਪ ਹੋਈਆਂ, ਅਤੇ ਇਹਨਾਂ ਦੇ ਵਿੱਚੋਂ ਇੱਕ ਅੰਨਾ ਵਰਾਇਟੀ ਹੈ ਜਿਹੜੀ ਕਿ ਕੁਛ ਹਿਮਾਚਲ ਗੌਰਮੈਂਟ ਨੇ ਟਰਾਈ ਕੀਤੀ ਸੀਗੀ ਕਿ ਲੋ ਚਿਲਿੰਗ, ਜਿੱਦਾਂ ਕਲਾਈਮੇਟ ਚੇਂਜ ਆਉਂਦਾ ਜਾ ਰਿਹਾ ਕਿ ਸ਼ਿਮਲੇ ਵਿੱਚ ਸੇਬ ਦੀ ਪੈਦਾਵਾਰ ਘੱਟ ਰਹੀ ਸੀ, ਅਤੇ ਉਹਨਾਂ ਨੇ ਟਰਾਈ ਕੀਤਾ ਕਿ ਕੁਛ ਵਰਾਇਟੀਜ਼ ਲਿਆਂਦੀਆਂ ਜਾਣ ਲੋ ਚਿਲਿੰਗ, ਕਿ ਲੋਅਰ ਹਿਮਾਚਲ ਦੇ ਵਿੱਚ ਕੀਤੀਆਂ ਜਾਣ। ਉੱਥੋਂ ਮੈਨੂੰ ਥੋੜ੍ਹਾ ਜਿਹਾ ਆਈਡੀਆ ਸਟਰਕ ਕੀਤਾ, ਤਾਂ ਮੈਂ 2011 'ਚ ਕੁਛ ਪੌਦੇ ਜਿਹੜੇ 20-25 ਪੌਦੇ ਲਿਆ ਕੇ ਲਾਏ ਸੀ, ਅਤੇ ਜਿਹੜੇ ਆਉਂਦੇ ਸਾਲ ਹੀ ਦੂਜੇ ਸਾਲ ਉਹਦੇ 'ਚ 10-15-20 ਦਾਣੇ ਲੱਗ ਗਏ, ਅਤੇ ਮੈਨੂੰ ਬੜੀ ਇਨਕਰੇਜਮੈਂਟ ਮਿਲੀ। ਅਤੇ ਉਸ ਤੋਂ ਬਾਅਦ ਅਗਲੇ ਸਾਲ ਫਿਰ ਮੈਂ ਕੁਛ ਪੌਦੇ ਹੋਰ ਅਰੇਂਜ ਕੀਤੇ ਹਿਮਾਚਲ ਤੋਂ, ਅਤੇ ਉੱਥੇ ਟਿਸ਼ੂ ਕਲਚਰ ਨਾਲ ਬਣਾਉਂਦੇ ਸੀ। ਹੁਣ ਮੇਰੇ ਕੋਲ ਇਸ ਵੇਲੇ ਟਿਸ਼ੂ ਕਲਚਰ ਦੇ ਵਿੱਚ ਰੂਟ ਸਟਾਕ, ਜਿਹੜਾ 3 ਰੂਟ ਸਟਾਕ ਹੈ। ਇੱਕ ਹੈ ਡਵਾਰਫ, ਬਿਲਕੁਲ ਜਿਹੜਾ ਹੈ ਵੇਲ ਟਾਈਪ ਹੈ, ਅਤੇ ਕੁਛ ਹੈਗਾ ਸੈਮੀ ਇਰੈਕਟ ਹੈ, ਇੱਕ ਬਿਲਕੁਲ ਟਰੀ ਟਾਈਪ ਹੈਗੇ ਆ। ਅਤੇ ਇਹਦੇ ਵਿੱਚੋਂ ਮੈਂ ਦੇਖਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈ ਸੈਮੀ ਡਵਾਰਫ ਜਿਹੜਾ ਹੈ, ਅਤੇ ਟਰੀ ਟਾਈਪ ਜਿਹੜਾ ਛੋਟਾ ਆਪਣਾ ਵੇਲ ਟਾਈਪ ਹੈ, ਉਹ ਜ਼ਿਆਦਾ ਕਾਮਯਾਬ ਹੋ ਕੇ ਆ ਰਿਹਾ ਸਾਹਮਣੇ। ਅਤੇ ਬਾਕੀ ਫਸਲ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਜਿਹਦੇ ਨਾਲ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਕਿ ਕੰਢੀ ਏਰੀਆ ਜਿਹੜਾ ਹੈਗਾ ਉਹਦੇ ਲਈ ਇੱਕ ਵਰਦਾਨ ਸਾਬਤ ਹੋਣ ਵਾਲੀ ਫਸਲ ਹੈ ਇਹ। ਕਿ ਕੁੱਲ ਮਿਲਾ ਕੇ ਕਹਿ ਲਈਏ ਕਿ ਪੰਜਾਬ ਦੇ ਵਿੱਚ ਇੱਕ ਕਸ਼ਮੀਰ ਬਣੇਗਾ, ਉਸ ਕਸ਼ਮੀਰ ਦੇ ਵਿੱਚ ਜਿਹੜਾ ਆ ਉਹ ਸੇਬ ਉੱਗਣਗੇ, ਅਤੇ ਪੰਜਾਬ ਜਿਹੜਾ ਆ ਜਿੱਦਾਂ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਫਸਿਆ ਹੋਇਆ ਸੀ, ਇਸ ਤਰੀਕੇ ਨਾਲ ਤੋਂ ਨਿਕਲ ਸਕਦਾ। ਇਹ ਜਿਹੜੇ ਸੇਬ ਦੇ ਬੂਟੇ ਦੇ ਲਾਗੇ ਆਪਾਂ ਖੜੇ ਆ, ਇਹ ਕਿਹੜੀ ਵਰਾਇਟੀ ਹੈ? ਕਿਉਂਕਿ ਤੁਸੀਂ ਦੱਸਿਆ ਕਿ ਵੱਖਰੀਆਂ ਵਰਾਇਟੀਜ਼ ਨੇ ਤੁਹਾਡੇ ਕੋਲ। ਅੰਨਾ ਵਰਾਇਟੀ ਹੈ ਜੀ। ਅੰਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਹਦੇ 'ਚ ਲਾਲ ਰੰਗ ਦਾ ਰੰਗ ਜਿਹੜਾ ਹੈ ਬੜਾ ਵਧੀਆ ਗੂੜਾ ਰੰਗ ਆਉਂਦਾ ਲਾਲ, ਅਤੇ ਇਹਦੇ ਵਿੱਚ ਜਿਹੜਾ ਹੈ ਸ਼ੇਪ ਜਿਹੜੀ ਹੈ ਸ਼ੋਲਡਰ ਚੌੜੇ ਹੁੰਦੇ ਆ, ਥੱਲੇ ਨੂੰ
ਟੇਪਰਿੰਗ ਟਾਈਪ ਆਉਂਦਾ ਹੈ ਜੀ ਦੂਸਰੀ ਇਹਦੇ ਵਿੱਚ ਪੋਲੀਨੇਟਰ ਲਾਇਆ ਜਾਂਦਾ ਜਿਹਨੂੰ 골ਡਨ ਡੋਰਸੈਟ ਕਹਿੰਦੇ ਆ ਉਹ ਵੀ ਮੇਰੇ ਕੋਲ ਕੁਝ ਬੂਟੇ ਲੱਗੇ ਆ 10% ਬੂਟੇ ਜਿਹੜੇ ਆ ਉਹਦੇ ਲਾਉਣੇ ਪੈਂਦੇ ਆ ਤੇ ਇਸ ਤੋਂ ਇਲਾਵਾ ਮੈਂ ਹੁਣ ਪਿਛਲੇ ਸਾਲ ਮੈਨੂੰ ਕੁਝ ਬੂਟੇ ਮਿਲੇ ਸੀ ਲੋ ਚਿਲਿੰਗ ਹੋਰ ਵੈਰਾਈਟੀਜ਼ ਹੈਗੀਆਂ ਜਿਹਦੇ 'ਚ ਪਿੰਕ ਲੇਡੀ ਹੈ ਇੱਕ ਸ਼ੈਲਕ ਹੈਗਾ ਤੇ ਇਹ ਦੋ ਤੇ ਇੱਕ ਹਰਮਨ 99 ਹੈ ਇਹ ਵੀ ਹਿਮਾਚਲ ਦੇ ਕਿਸੇ ਸ਼ਰਮਾ ਜੀ ਹੈ ਉਹਨਾਂ ਨੇ ਵੈਰਾਈਟੀ ਕੱਢੀ ਸੀ ਤੇ ਜਿਹਦੇ ਕਾਫੀ ਹਾਈ ਟੈਂਪਰੇਚਰ ਤੇ ਵੀ ਟੋਲਰੈਂਸ ਨੂੰ ਹੈਗਾ ਤੇ ਉਹ ਵੀ ਮੈਂ ਟਰਾਈ ਕੀਤੇ ਆ ਮੇਰੇ ਕੋਲ ਹੈਗੇ 5-7 ਬੂਟੇ ਹੈਗੇ ਆ ਪਰ ਚੰਗੀ ਪਰਫਾਰਮੈਂਸ ਹੈ ਅੰਨਾ ਦੇ ਬਰਾਬਰ ਹੀ ਤੁਸੀਂ ਕਹਿ ਸਕਦੇ ਅੰਨਾ ਜਿਹੜੀ ਵੈਰਾਈਟੀ ਆ ਬਹੁਤ ਵਧੀਆ ਵੈਰਾਈਟੀ ਆ ਜਦੋਂ ਨਾ ਕੋਈ ਨਵਾਂ ਤਜਰਬਾ ਕਰਦਾ ਕੋਈ ਕਿਸਾਨ ਕਿਉਂਕਿ ਤੁਸੀਂ ਤਾਂ ਬਾਗਬਾਨੀ ਨਾਲ ਜੁੜੇ ਹੋਏ ਸੀਗੇ ਤੁਸੀਂ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋ ਕਿ ਇਹ ਬੂਟਾ ਇਸ ਮੌਸਮ ਦੇ ਵਿੱਚ ਜਾਂ ਇਸ ਮਿੱਟੀ ਦੇ ਵਿੱਚ ਜਾਂ ਇਹਨਾਂ ਹਾਲਾਤਾਂ ਦੇ ਵਿੱਚ ਹੀ ਬਿਹਤਰ ਫਲ ਦੇ ਸਕਦਾ ਹੈ ਕੰਪੈਰੀਟਿਵਲੀ ਜਦੋਂ ਦੇਖਦੇ ਸੀਗੇ ਕਿ ਪੰਜਾਬ ਦਾ ਜਿਹੜਾ ਟੈਂਪਰੇਚਰ ਕੀ ਹੈ ਜਾਂ ਫਿਰ ਕਸ਼ਮੀਰ ਦਾ ਹਿਮਾਚਲ ਦਾ ਟੈਂਪਰੇਚਰ ਕੀ ਸੀ ਤਾਂ ਉਹਦੇ ਵਿੱਚ ਸੇਬ ਕਿੱਥੇ ਜਾ ਕੇ ਮੇਰਾ ਖੜੇਗਾ ਤੇ ਉਹ ਰਿਸਕ ਲੈਣ ਲੱਗਾ ਨਾ ਬੰਦਾ ਡਰਦਾ ਹੈ ਜਦੋਂ ਸਾਰੀਆਂ ਚੀਜ਼ਾਂ ਹੋਣ ਤੇ ਫਿਰ ਹੌਸਲਾ ਕਿੱਥੋਂ ਆਇਆ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ ਜਦੋਂ ਮੈਂ ਆ ਜ਼ਮੀਨ ਲਈ ਸੀ ਤਾਂ ਮੈਨੂੰ ਉਦੋਂ ਹੀ ਥੋੜ੍ਹਾ ਜਿਹਾ ਆਈਡੀਆ ਹੋ ਗਿਆ ਕਿ ਸ਼ਾਮ ਦੇ ਟਾਈਮ ਨਾ ਤੁਸੀਂ ਦੇਖੋ ਕਿ ਮੌਸਮ ਦੇ ਵਿੱਚ ਕਾਫੀ ਠੰਡਕ ਹੈ ਮਈ ਮਹੀਨੇ ਵੀ ਸ਼ਾਮ ਨੂੰ ਇੱਥੇ ਤਕਰੀਬਨ ਮਤਲਬ ਜਦੋਂ ਤੁਸੀਂ ਬਾਹਰ ਬਹਿੰਦੇ ਆ ਤਾਂ ਇੱਕ ਦਿਲ ਕਰਦਾ ਕੋਈ ਉੱਤੇ ਚਾਦਰ ਜਾਂ ਖੇਸੀ ਲਈ ਜਾਵੇ ਤੇ ਕੋਈ ਸ਼ਾਲ ਜਿਹੜੀ ਆ ਉਹ ਲਈ ਜਾਵੇ ਕਾਫੀ ਠੰਡਕ ਸੀ ਤੇ ਉਹ ਇਸ ਕਰਕੇ ਮੇਰੇ ਮਨ 'ਚ ਥੋੜ੍ਹਾ ਜਿਹਾ ਆਇਆ ਕਿ ਇਹ ਏਰੀਆ ਜਿਹੜਾ ਕੰਢੀ ਦਾ ਏਰੀਆ ਸਪੈਸ਼ਲੀ ਕਿਉਂਕਿ ਸਾਡੇ ਇੱਥੇ ਖੱਡਾਂ ਵਗਦੀਆਂ ਰਹਿੰਦੀਆਂ ਸਾਰਾ ਸਾਲ ਤੇ ਮੇਰੇ ਕੋਲ ਬਿਲਕੁਲ ਚੜ੍ਹਦੇ ਪਾਸੇ ਡੈਮ ਹੈ ਚੋਹਾਲ ਡੈਮ ਇੱਕ ਉਹਦਾ ਵੀ ਇਫੈਕਟ ਹੈ ਕਿ ਉਹਦਾ ਸ਼ਾਮ ਨੂੰ ਟੈਂਪਰੇਚਰ ਜਿਹੜਾ ਕਾਫੀ ਡਾਊਨ ਚਲਾ ਜਾਂਦਾ ਇਹ ਇੱਕ ਬਦਲਦੇ ਰੂਪ ਦੇ ਵਿੱਚ ਕਿੰਨੂ ਤੋਂ ਉਭਾਰ ਕੇ ਕਿਸਾਨਾਂ ਨੂੰ ਉੱਪਰ ਲਿਆਂਦਾ ਜਾ ਸਕਦਾ ਤੇ ਇਹਦੇ ਵਿੱਚ ਜਿਹੜਾ ਕੰਢੀ ਦੀ ਬੈਲਟ ਮੈਂ ਕਹਾਂਗਾ ਕਿ ਰੋਪੜ ਤੋਂ ਸਟਾਰਟ ਹੋ ਕੇ ਮੋਹਾਲੀ ਡਿਸਟ੍ਰਿਕਟ ਜਿਹੜਾ ਹੈ ਉੱਥੋਂ ਸਟਾਰਟ ਹੋ ਕੇ ਤੇ ਤੁਸੀਂ ਪਠਾਨਕੋਟ ਦੇ ਧਾਰ ਬਲਾਕ ਤੱਕ ਇਹਦੀ ਬਹੁਤ ਵਧੀਆ ਖੇਤੀ ਜਿਹੜੀ ਹੈ ਕੀਤੀ ਜਾਂਦੀ ਹੈ ਤੁਸੀਂ ਕ੍ਰੌਪ ਦੇਖ ਸਕਦੇ ਹੋ ਮੈਨੂੰ ਹੁਣ 6 ਸਾਲ ਹੋ ਗਏ ਇਸ ਕ੍ਰੌਪ ਨੂੰ ਲੈਂਦਿਆਂ 5 ਸਾਲ ਕਮਰਸ਼ੀਅਲ ਤੌਰ ਤੇ ਮੈਂ ਇਹਨੂੰ ਵੇਚਦਾ ਤੇ ਜਿਹਦਾ ਕਿ ਮੈਨੂੰ ਵਾਜਬ ਮੁੱਲ ਮਿਲਦਾ ਉਹ ਇਸ ਕਰਕੇ ਵੀ ਕਹਿ ਸਕਦੇ ਹਾਂ ਕਿ ਇਹਦੀ ਜਿਹੜੀ ਹੁਣ ਪਿਕਿੰਗ ਹੋਣੀ ਆ ਤੜਾਈ ਹੋਣੀ ਆ ਇਹ ਹੁਣ 20-22 ਮਈ ਤੋਂ ਲੈ ਕੇ ਜੂਨ ਦੇ 10-15 ਜੂਨ ਤੱਕ ਹੋਣੀ ਆ ਇਹਦੇ ਵਿੱਚ ਜੇ ਤੁਸੀਂ ਮਾਰਕੀਟ ਦੇ ਵਿੱਚ ਝਾਤ ਮਾਰੋ ਤਾਂ ਉਹਦੇ ਵਿੱਚ ਤੁਹਾਨੂੰ ਇਹ ਲੱਗੇਗਾ ਦਿਸੇਗਾ ਰਾਦਰ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਆੜੂ ਖਤਮ ਹੋ ਚੁੱਕਾ ਹੈ ਅਲੂਚਾ ਖਤਮ ਹੋ ਚੁੱਕਾ ਹੈ ਇਸ ਤੋਂ ਇਲਾਵਾ ਜਿਹੜਾ ਲੀਚੀ ਦਾ ਫਲ ਆਉਣਾ ਉਹ 20 ਜੂਨ ਤੋਂ ਬਾਅਦ ਆਉਂਦਾ ਹੈ ਤੇ ਨਾਖ ਜਿਹੜੀ ਉਹ ਜੁਲਾਈ 'ਚ ਆਉਂਦੀ ਆ ਤੇ ਇਹਨਾਂ ਦੇ ਦਿਨਾਂ ਦੇ ਵਿੱਚ ਕੋਈ ਤਾਜ਼ਾ ਫਲ ਜਿਹੜਾ ਆ ਤੁਹਾਨੂੰ ਨਹੀਂ ਮਿਲੇਗਾ ਤੇ ਉਹ ਤਾਜ਼ਾ ਫਲ ਜਿਹੜਾ ਹੈ ਸੇਬ ਇੱਕ ਵੈਸੇ ਹੀ ਤੁਸੀਂ ਕਹ ਲਓ ਇੱਕ ਐਸਟੈਬਲਿਸ਼ ਨਵਾਂ ਫਰੂਟ ਹੁੰਦਾ ਉਹਨੂੰ ਐਸਟੈਬਲਿਸ਼ ਹੋਣ ਨੂੰ ਟਾਈਮ ਲੱਗਦਾ ਲੋਕਾਂ 'ਚ ਅਸੈਪਟੈਂਸ ਲਈ ਟਾਈਮ ਲੱਗਦਾ ਪਰ ਇਹਦੇ ਵਿੱਚ ਤੁਸੀਂ ਦੇਖੋ ਕਿ ਸੇਬ ਜਿਹੜਾ ਹੈ ਉਹ ਹਰ ਖਾਣਾ ਪਸੰਦ ਕਰਦਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਸ਼ਾਰਟ ਡਿਊਰੇਸ਼ਨ ਕ੍ਰੌਪ ਹੈ ਜਿੱਦਾਂ ਹਿਮਾਚਲ 'ਚ ਜਾ ਕੇ ਸੇਬ ਜਿਹੜਾ ਹੋਣਾ ਉਹ ਸਤੰਬਰ ਦੇ ਵਿੱਚ ਸ਼ੁਰੂ ਹੋਣਾ ਤੇ ਸਾਡਾ ਇਹਦੇ ਵਿੱਚ ਜਿਹੜਾ ਇਸ ਜਗ੍ਹਾ ਦੇ ਵਿੱਚ ਬਹੁਤ ਵਧੀਆ ਸੂਟ ਕਰਦਾ ਤੇ ਇਸ ਵੇਲੇ ਹੋਰ ਕੋਈ ਕ੍ਰੌਪ ਨਹੀਂ ਹੁੰਦੀ ਤੇ ਆਪਾਂ ਇਹਨੂੰ ਬੜਾ ਵਧੀਆ ਮਤਲਬ ਉਸ ਵੇਲੇ ਫਿੱਟ ਕਰ ਸਕਦੇ ਹਾਂ ਤੇ ਇਹਦੇ ਨਾਲ ਚੰਗੀ ਆਮਦਨ ਜਿਹੜੀ ਆ ਜ਼ਿਮੀਂਦਾਰ ਨੂੰ ਮਿਲ ਸਕਦੀ ਆ ਜਦੋਂ ਤੁਸੀਂ ਨਾ ਥੋੜ੍ਹੀ ਜਿਹੀ ਅਫਸਰਸ਼ਾਹੀ ਕੀਤੀ ਹੋਵੇ ਨਾ ਮੋਟੀ ਜੀ ਗੱਲ ਆ ਤੁਸੀਂ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਹੋ ਬਾਗਬਾਨੀ ਦੇ ਵਿੱਚ ਜਦੋਂ ਅਫਸਰਸ਼ਾਹੀ ਕੀਤੀ ਹੋਵੇ ਤੇ ਆਹ ਖੇਤੀ ਵਾਲੇ ਧੰਦੇ ਕਰਨ ਦੇ ਵੱਲ ਕੋਈ ਛੇਤੀ ਹੌਸਲਾ ਨਹੀਂ ਕਰਦਾ ਕਿ ਅਸੀਂ ਤਾਂ ਰਿਟਾਇਰਮੈਂਟ ਹੋ ਕੇ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਜਿਹੜੀ ਬਸਰ ਕਰਨੀ ਆ ਪਰ ਸੇਬ ਦੀ ਫਸਲ ਬੀਜਣਾ ਉਹਦੀ ਜਿੰਨੀ ਕੁ ਸਾਂਭ ਸੰਭਾਲ ਕਰਨੀ ਪੈਂਦੀ ਜਿੰਨੀ ਚਿੰਤਾ ਕਰਨੀ ਪੈਂਦੀ ਹੈ ਉਸ ਚੀਜ਼ ਦੀ ਕਿ ਭਾਈ ਮੈਂ ਇੰਨਾ ਮਹਿੰਗਾ ਬੂਟਾ ਲਾਇਆ ਤੇ ਉਸ ਬੂਟੇ ਦੀ ਸਾਂਭ ਸੰਭਾਲ ਕਰਨੀ ਉਹਦੇ ਕੋਲ ਫਲ ਲੈਣਾ ਆ ਮਾਹੌਲ ਨੇ ਸਾਜ਼ਗਾਰ ਬੈਠਣਾ ਜਾਂ ਨਹੀਂ ਬੈਠਣਾ ਉਹ ਸਾਰੀਆਂ ਚਿੰਤਾਵਾਂ ਉਹ ਸਾਰੇ ਰਿਸਕ ਇਹ ਕਿਤੋਂ ਕੋਈ ਪ੍ਰੇਰਣਾ ਮਿਲੀ ਸੀਗੀ ਜਾਂ ਸ਼ੁਰੂ ਤੋਂ ਹੀ ਸੀਗਾ ਕਿ ਕਿਸਾਨ ਮਨ ਦੇ ਅੰਦਰ ਸੀ ਅਫਸਰ ਭਾਵੇਂ ਬਣ ਗਏ ਸ਼ੁਰੂ ਤੋਂ ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਮਨ ਦੇ ਵਿੱਚ ਕਿਸਾਨ ਤਾਂ ਸੀਗਾ ਕਿਉਂਕਿ ਫਾਦਰ ਮੇਰੇ ਸ਼ੁਰੂ ਤੋਂ ਖੇਤੀ ਕਰਦੇ ਆ ਬਾਗ ਵੀ ਸੀਗਾ ਤੇ ਉਹ ਤੇ ਮੇਰੇ ਨਾਨਾ ਜੀ ਵੀ ਜਿਹੜੇ ਸੀ ਉਹ ਵੀ ਬਾਗ ਦੇ ਸ਼ੌਕੀਨ ਸੀ ਹੋਰ ਜਿਹੜੇ ਰਿਸ਼ਤੇਦਾਰ ਆ ਸਾਰੇ ਬਾਗਾਂ ਦੇ ਨਾਲ ਜੁੜਿਓ ਆ ਇਸ ਕਰਕੇ ਇੱਕ ਉਹ ਕਹਿ ਲਓ ਕਿ ਖਾਨਦਾਨੀ ਜਿਹੜਾ ਸੀਗਾ ਪੇਸ਼ਾ ਕਹਿ ਲਓ ਉਹ ਇੱਕ ਬਾਗਾਂ ਨਾਲ ਖੇਤੀ ਨਾਲ ਜੁੜਿਆ ਸੀਗਾ ਤੇ ਉਹਦੇ ਨਾਲ ਮੈਨੂੰ ਕਾਫੀ ਹੌਸਲਾ ਅਫਜ਼ਾਈ ਮਿਲੀ ਕਿ ਇੱਦਾਂ ਦਾ ਕੋਈ ਹਾਂ ਰਿਸਕ ਦੀ ਜ਼ਰੂਰ ਗੱਲ ਹੈ ਉਹ ਤੁਸੀਂ ਉਹ ਸੁਣਿਆ ਕਿ ਮੋਰ ਦਾ ਰਿਸਕ ਮੋਰ ਦਾ ਪ੍ਰੋਫਿਟ ਤੇ ਉਹ ਫਿਰ ਰਿਸਕ ਇੱਕ ਤਾਂ ਲੈਣਾ ਬਣਦਾ ਸੀ ਬਾਕੀ ਹਾਂ ਜਿਸ ਸਟੇਜ 'ਤੇ ਇਸ ਵੇਲੇ ਖੜ੍ਹੇ ਆ
ਹੁਣ ਜ਼ਰੂਰਤ ਹੈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਰਿਕਮੈਂਡੇਸ਼ਨ ਦੀ, ਤੇ ਇੱਕ ਉਹਦੇ ਨਾਲੋਂ ਥੋੜ੍ਹਾ ਜਿਹਾ ਇਹਦੇ 'ਚ ਨਾ ਇਸ ਵੇਲੇ ਤਾਂ ਖੈਰ ਇਸ ਸਾਲ ਦਾ ਐਕਸਟਰਾਆਰਡਨਰੀ ਸਾਲ ਹੈ ਕਿ ਹਜੇ ਤੱਕ ਬਾਰਿਸ਼ਾਂ ਹੋ ਰਹੀਆਂ, ਤੇ ਇਹਦੀ ਜਿਹੜੀ ਨਾ ਪਿਛਲੇ ਸਾਲਾਂ 'ਚ ਮੈਂ ਦੇਖਿਆ ਕੀਪਿੰਗ ਕੁਆਲਿਟੀ ਜਿਹੜੀ ਆ ਉਹ ਥੋੜ੍ਹੀ ਜਿਹੀ ਲੋ ਹੈ। ਓਕੇ, ਕਿ ਅਸੀਂ ਜ਼ਿਆਦਾ ਦੇਰ ਇਹਨੂੰ ਸਟੋਰ ਨਹੀਂ ਕਰ ਸਕਦੇ। ਤੋੜਨ ਤੋਂ ਬਾਅਦ ਜੇ ਵਿਦਨ 2-3 ਡੇਜ਼ ਅਸੀਂ 2-3 ਦਿਨਾਂ ਦੇ ਵਿੱਚ ਇਹਨੂੰ ਵਰਤ ਲਈਏ ਤਾਂ ਇਹ ਬਹੁਤ ਵਧੀਆ ਆ। 2-3 ਦਿਨਾਂ ਬਾਅਦ ਇਹ ਅਦਰਵਾਈਜ਼ ਇਹਦੇ ਵਿੱਚ ਨਾ ਬਰਾਊਨਿੰਗ, ਇਹ ਭੂਰਾਪਣ ਜਿਹਾ ਆਉਣਾ ਸ਼ੁਰੂ ਹੋ ਜਾਂਦਾ। ਮੈਂ ਸਮਝਦਾ ਕਿ ਉਹ ਇੱਕ ਹਾਈ ਟੈਂਪਰੇਚਰ ਆ, ਕਿਉਂਕਿ ਮਈ ਦੇ ਵਿੱਚ ਜਦੋਂ ਆਪਾਂ ਇਹਦੀ ਪਿਕਿੰਗ ਕਰਦੇ ਹਾਂ, ਤੋੜਦੇ ਹਾਂ, ਤੇ ਤਾਪਮਾਨ ਤਕਰੀਬਨ 42 ਤੋਂ 46 ਡਿਗਰੀ ਟੈਂਪਰੇਚਰ ਹੁੰਦਾ ਹੈ, ਤੇ ਉਹਦੇ ਕਰਕੇ ਇਹ ਜਿਹੜੀ ਇੰਟਰਨਲ ਸ਼ੂਗਰ ਦੀ ਕਨਵਰਸ਼ਨ ਹੈ, ਜਿਹਦੇ ਕਰਕੇ ਬਰਾਊਨਿੰਗ ਹੁੰਦੀ ਆ, ਜਿੱਥੋਂ ਤੱਕ ਮੈਂ ਸਮਝਦਾ। ਹਾਲਾਂਕਿ ਪੋਸਟ ਹਾਰਵੈਸਟ ਦੇ ਵਿੱਚ ਮੈਂ ਨਹੀਂ ਹੈ, ਤੇ ਮੈਂ ਤਾਂ ਸਿਰਫ ਪ੍ਰੋਡਕਸ਼ਨ ਦੇ ਵਿੱਚ ਆਪਣਾ ਰਿਹਾ, ਬਾਗਬਾਨੀ ਦੇ ਵਿੱਚ ਵੀ। ਤੇ ਜਿੱਥੋਂ ਤੱਕ ਮੈਂ ਬਾਕੀ ਸਾਇੰਸਦਾਨਾਂ ਨਾਲ ਗੱਲ ਕੀਤੀ, ਉਹਨਾਂ ਨੇ ਤਾਂ ਮੈਨੂੰ ਇਹੀ ਦੱਸਿਆ ਕਿ ਹਾਂ ਪਿਛਲੇ ਸਾਲ ਮੈਂ ਕੁਝ ਤਜਰਬੇ ਕੀਤੇ ਸੀ। ਸ਼ਾਮ ਦੇ ਟਾਈਮ ਤੋੜਿਆ ਸੀਗਾ, ਤੋੜ ਕੇ ਰਾਤ ਭਰ ਇਹਨੂੰ ਸਟੋਰ ਦੇ ਵਿੱਚ ਰੱਖਿਆ ਸੀ 4 ਡਿਗਰੀ ਤੇ ਉਹਦੇ ਨਾਲ ਇਹਦੀ ਸ਼ੈਲਫ ਲਾਈਫ ਜਿਹੜੀ 10-15 ਦਿਨ ਤੱਕ ਚਲੀ ਗਈ ਸੀਗੀ। ਤੇ ਜੇ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਇੱਥੇ ਕੁਝ ਕੋਲਡ ਸਟੋਰੇਜ ਯੂਨਿਟ ਹੈ, ਉਹ ਤਾਂ ਕੋਈ ਸਪੈਸ਼ਲ ਇਹਦੇ ਲਈ ਫਰੂਟਸ ਲਈ ਨਹੀਂ ਲੱਗੇ। ਜਿਹੜੇ ਆਲੂਆਂ ਵਾਲੇ ਆ, ਮੈਂ ਤਾਂ ਉਹਦੇ 'ਚ ਟਰਾਈ ਕੀਤਾ ਸੀ, ਕੁਛ ਜ਼ਿਆਦਾ ਲੰਮੇ ਸਮੇਂ ਲਈ ਵੀ ਟਰਾਈ ਕੀਤਾ ਸੀ, ਪਰ ਉਹਦੇ 'ਚ ਇੱਕੋ ਹੀ ਦਿੱਕਤ ਆਈ ਕਿ ਨਾਲ ਆਲੂ ਸਟੋਰ ਸੀ, ਆਲੂ ਦੀ ਜਿਹੜੀ ਆ ਖੁਸ਼ਬੂ ਉਹ ਸੇਬ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਜੇ ਜ਼ਿਆਦਾ ਦੇਰ। ਪਰ ਮੈਂ ਕੋਸ਼ਿਸ਼ ਕੀਤੀ ਸੀ, ਪਰ ਇਹ ਸਟੋਰ ਅਸੀਂ ਅਕਤੂਬਰ ਮਹੀਨੇ ਤੱਕ ਕਰ ਸਕਦੇ ਹਾਂ, ਜਦ ਕਿ ਇਸ ਫਸਲ ਨੂੰ ਸਟੋਰ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਕੋਈ ਫਲ ਨਹੀਂ ਹੁੰਦਾ, ਤੇ ਇਹਦੀ ਵਾਜਬ ਕੀਮਤ ਮਿਲ ਜਾਂਦੀ ਆ। ਮੈਂ 100 ਰੁਪਏ ਕਿਲੋ ਵੇਚਦਾ ਰਿਹਾ ਇੱਥੇ, ਤੇ ਬਹੁਤ ਵਧੀਆ। ਮੈਂ ਕਹਿੰਦਾ ਕਿ 100 ਰੁਪਏ ਕਿਲੋ ਆ। ਇੱਕ ਬੂਟੇ ਨਾਲੋਂ ਐਵਰੇਜ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਿਹੜਾ 7-8ਵੇਂ ਸਾਲ 'ਚ ਹੈ ਬੂਟਾ, ਇਹਦੇ ਝਾੜ 40 ਤੋਂ 45 ਕਿਲੋ ਹੋਏਗਾ ਇੱਕ ਬੂਟੇ ਨਾਲੋਂ। ਐਵਰੇਜ ਜੇ ਲਾਓ ਤਾਂ 30-35 ਕਿਲੋ ਹੈ। ਜੇ ਤੁਹਾਨੂੰ 100 ਰੁਪਏ ਕਿਲੋ ਮਿਲਦਾ 3000 ਦਾ ਬੂਟਾ ਇਸ ਵੇਲੇ, ਤੇ ਇਹ 10x20 ਤੇ ਮੈਂ ਲਾਇਆ, ਤੇ ਤਕਰੀਬਨ 190 ਬੂਟੇ ਜਿਹੜੇ ਹੈ ਉਹ ਲੱਗਦੇ ਆ। 190 ਬੂਟੇ ਦਾ ਹਿਸਾਬ ਹੈ ਕਿ ਜੇ ਤੁਸੀਂ ਹੁਣ 3500 ਰੁਪਏ 3000 ਰੁਪਏ ਦਾ ਵੀ ਬੂਟਾ ਲਾਓ ਤਾਂ ਕਿੱਥੇ ਜਾਂਦੀ ਗੱਲ, ਲੱਖਾਂ ਦੇ ਵਿੱਚ ਗੱਲ ਜਾ ਪਹੁੰਚੇਗੀ। ਮੈਂ ਗੱਲਬਾਤ ਥੋੜੀ ਜਿਹੀ ਵਿਸਥਾਰ ਦੇ ਵਿੱਚ ਹੋਰ ਕਰਨੀ ਆ, ਤੇ ਮੈਨੂੰ ਲੱਗਦਾ ਕਿ ਕੁਝ ਹੋਰ ਬੂਟਿਆਂ ਦੇ ਲਾਗੇ ਜਿਹੜੀ ਖੜ ਕੇ ਜਿਹੜਾ ਉਹ ਜ਼ਰੂਰ ਕਰਾਂਗੇ ਗੱਲ। ਅਸਲ 'ਚ ਸੇਬ ਜਿਹੜਾ ਆ ਉਹ ਫਾਲੀ ਇਹੋ ਜਿਹਾ ਆ, ਉਹ ਖਿੱਚ ਪਾਉਂਦਾ। ਮੈਨੂੰ ਆ ਜਿਹੜਾ ਰੰਗ ਸੀਗਾ ਨਾ ਸੇਬ ਦਾ, ਇਹ ਬੂਟਾ ਖਿੱਚਦਾ ਪਿਆ ਸੀ ਆਪਣੇ ਵੱਲ ਕਿ ਪੱਕਿਆ ਲੱਗਦਾ ਕਿ ਹੁਣੇ ਤੋੜੋ ਤੇ ਹੁਣੇ ਖਾ ਲਓ। ਤੇ ਜ਼ਿਕਰ ਮੈਂ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਸਾਰੇ ਨੁਕਤੇ ਜਿਹੜੇ ਟੈਕਨੀਕਲ ਗੱਲਾਂ ਕੀਤੀਆਂ। ਮੈਂ ਮੁਖਾਤਬ ਹੋਣਾ ਚਾਹੁੰਦਾ ਜਿਹੜਾ ਆਮ ਕਿਸਾਨ ਆ, ਜਿਹੜਾ ਸੋਚਦਾ ਆ ਕਿ ਸੱਚੀਓ ਹੀ ਸਾਨੂੰ ਵੀ ਉਸ ਫਸਲੀ ਚੱਕਰ 'ਚੋਂ ਨਿਕਲ ਕੇ ਜੇ ਇਸ ਏਰੀਏ ਦੇ ਜਿੱਥੇ ਮੌਸਮ ਇਹਨੂੰ ਸਾਜ਼ਗਾਰ ਹੈਗਾ ਇਹਨਾਂ ਬੂਟਿਆਂ ਲਈ, ਉਹ ਚਾਹੁੰਦਾ ਆ ਜੇ ਵੀ ਮੈਂ ਵੀ ਸੇਬ ਦਾ ਬਾਗ ਜਿਹੜਾ ਉਹ ਲਾਵਾਂ, ਇਸ ਪਾਸੇ ਵੱਲ ਲਾਵਾਂ, ਤੇ ਉਹ ਕਿਹੜੇ ਨੁਕਤੇ ਸਿੱਧੇ ਸਾਦ ਮੁਰਾਦੇ ਸ਼ਬਦਾਂ ਦੇ ਵਿੱਚ ਜੇ ਕਹੀਏ ਕਿ ਉਹ ਅਪਣਾਉਣ, ਤੇ ਜਿਹਦੇ ਨਾਲ ਉਹ ਇਸ ਖੇਤੀ ਦੇ ਵਿੱਚ ਜਿਹੜਾ ਉਹ ਆ ਸਕਦੇ ਆ, ਉਹਨਾਂ ਲਈ ਵੀ ਮੁਨਾਫੇ ਦਾ ਧੰਦਾ ਜਿਹੜਾ ਇਹ ਬਣ ਸਕਦਾ। ਕਿਉਂਕਿ ਮੈਨੂੰ ਲੱਗਦਾ ਕਿ ਇਹ ਇੱਕ ਇਹੋ ਜਿਹੀ ਫਸਲ ਆ, ਇੱਕ ਵਾਰੀ ਤੁਹਾਨੂੰ ਮਿਹਨਤ ਕਰਨੀ ਪੈਂਦੀ, ਫਿਰ ਘੱਟ ਮਿਹਨਤ ਤੇ ਹਰ ਵਾਰ ਮੁਨਾਫਾ ਤੁਹਾਨੂੰ ਮਿਲ ਜਾਂਦਾ ਨਾ। ਬਿਲਕੁਲ ਤੁਸੀਂ ਸਹੀ ਗੱਲ ਕਹੀ ਆ ਕਿ ਆਮ ਜਿਹੜਾ ਕਿਸਾਨ ਹੈ, ਕਿਉਂਕਿ ਮੇਰੀ ਤਾਂ ਚਲੋ ਸਾਇੰਟੀਫਿਕ ਬੈਕਗਰਾਊਂਡ ਹੈ, ਇੱਕ ਮਹਿਕਮੇ ਦੇ ਵਿੱਚ ਸੀਗੀ। ਆਮ ਕਿਸਾਨ ਲਈ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ, ਅਪਣਾਉਣਾ ਜਿਹੜਾ ਚੀਜ਼ ਹੈ ਰਿਸਕ ਤਾਂ ਲੈਣਾ ਹੀ ਪਏਗਾ। ਦੂਸਰਾ ਜਿਹੜਾ ਹੈ, ਇਹਦੇ ਵਿੱਚ ਬਹੁਤੀਆਂ ਸਪਰੇਆਂ ਨਹੀਂ ਹੁੰਦੀਆਂ। ਜਿੱਦਾਂ ਕਸ਼ਮੀਰ ਦੇ ਵਿੱਚ ਮੈਂ ਰਿਹਾ, ਤੇ ਇਹਦੇ ਵਿੱਚ ਤਕਰੀਬਨ 15 ਤੋਂ 18 ਸਪਰੇਆਂ ਜਿਹੜੀਆਂ ਹੁੰਦੀਆਂ, ਕਿਉਂਕਿ ਉਹਦੇ 'ਚ ਡਿਊਰੇਸ਼ਨ ਬਹੁਤ ਲੰਬੀ ਖਿੱਚ ਜਾਂਦੀ ਹੈ। ਇਹ ਇੱਕ ਆੜੂ ਦੀ ਤਰ੍ਹਾਂ ਫਸਲ ਹੈ। ਸਾਡੇ ਫਰਵਰੀ ਮਾਰਚ 'ਚ ਫੁੱਲ ਆਉਂਦਾ, ਮਈ ਜੂਨ 'ਚ ਖਤਮ, ਤੇ ਇੱਦਾਂ ਆੜੂ ਆ ਉਹ 15 ਦਿਨ ਹੋਰ ਪਹਿਲੋਂ ਖਤਮ ਹੋ ਜਾਂਦਾ। ਇਹਦੇ ਜਦੋਂ ਪਹਿਲੋਂ ਫੁੱਲ ਆਉਂਦੇ ਆ, ਇੱਕ ਸਪਰੇਅ ਉਦੋਂ ਤੇਲੇ ਦੀ ਕਰਨੀ ਆ, ਇੱਕ ਉਸ ਤੋਂ ਬਾਅਦ ਫਰੂਟ ਡਰੋਪ ਤੋਂ ਜਿਹੜੀ ਹੈ, ਜਿਹਦੇ ਵਿੱਚ ਇੱਕ ਫੰਜੀਸਾਈਡ ਹੈ ਉਹ ਕਰਨੀ ਆ, ਤੇ ਇੱਕ ਕੀੜੇ ਮਾਰਦੀ ਹੈ। ਇਸ ਤੋਂ ਬਾਅਦ ਜ਼ਰੂਰਤ ਪਵੇ ਤਾਂ ਇੱਕ ਸਪਰੇਅ ਤੁਸੀਂ ਕਹੋ ਤੇ ਨਾ ਮਾਤਰ ਸਪਰੇਆਂ 3 ਸਪਰੇਆਂ ਨਾਲ ਸਰ ਜਾਂਦਾ। ਦੂਸਰਾ, ਕੰਢੀ ਏਰੀਏ ਦੇ ਵਿੱਚ ਹੋਰ ਕੋਈ ਫਸਲ ਇੰਨਾ ਝਾੜ ਨਹੀਂ ਦਿੰਦੀ, ਤੇ ਜਿਵੇਂ ਕਿ ਕਿੰਨੂ ਦੇ ਦੇਖਿਆ ਪਿਛਲੇ ਸਾਲਾਂ 'ਚ ਖੜੋਤ ਆ ਰਹੀ ਆ, ਉਹਦੀ ਡਰੋਪਿੰਗ ਵੱਧ ਰਹੀ ਆ। ਇਹਦੇ ਵਿੱਚ ਹਜੇ ਤਾਈਂ ਪੈਸਟ ਜਿਹੜਾ ਹੈ 8 ਸਾਲਾਂ 'ਚ ਮੈਨੂੰ ਕੋਈ ਬਹੁਤਾ ਨਜ਼ਰ ਨਹੀਂ ਆਇਆ ਸਿਵਾਏ ਤੇਲੇ ਤੋਂ, ਤੇ ਉਹਨੂੰ ਆਪਾਂ ਅਪਣਾ ਸਕਦੇ ਹਾਂ। ਹਾਂ, ਇੱਕ ਜ਼ਰੂਰ ਹੈ, ਕੰਢੀ ਏਰੀਏ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਕੰਢੀ ਏਰੀਆ ਜਿਹੜਾ ਪਹਾੜ ਦੇ ਨਾਲ ਏਰੀਆ,
ਇਹਦੇ ਵਿੱਚ ਬੰਦਰਾਂ ਦੀ ਬਹੁਤ ਪ੍ਰੋਬਲਮ ਹੈ, ਹੂੰ ਕਿਉਂਕਿ ਜਿਹੜਾ ਹਿਮਾਚਲ ਗੌਰਮੈਂਟ ਨੇ ਤਾਂ ਬਰਮਨ ਡਿਕਲੇਅਰ ਕੀਤੇ ਆ, ਉਹ ਮਾਰ ਸਕਦੇ ਆ, ਅਸੀਂ ਨਹੀਂ ਮਾਰ ਸਕਦੇ। ਜੀ ਤੇ ਵਾਈਲਡ ਲਾਈਫ ਨਾਲ ਇਨਵੋਲਵ ਇਸ਼ੂ ਆ, ਤੇ ਉਹ ਜਿਹੜਾ ਉਹ ਤੋਂ ਤੁਹਾਨੂੰ ਕੇਅਰ ਕਰਨੀ ਪਏਗੀ, ਕਿਉਂਕਿ ਦੇਖੋ ਅਟਰੈਕਸ਼ਨ ਜੇ ਸਾਨੂੰ ਆ ਤਾਂ ਜਾਨਵਰਾਂ ਨੂੰ ਵੀ ਹੈ। ਬਿਲਕੁਲ ਤੇ ਉਹ ਇੱਕ ਸਵਾਦ ਤਾਂ ਉਹਨਾਂ ਨੂੰ ਵੀ ਉਨਾ ਹੀ ਆਉਂਦਾ ਹੈ ਸਵਾਦ, ਖਾ ਬਿਲਕੁਲ। ਕੇ ਚੋਰੀ ਖਾ ਕੇ ਜ਼ਿਆਦਾ ਸਵਾਦ ਆਉਂਦਾ ਬੰਦੇ ਨੂੰ। ਤੇ ਦੂਸਰਾ ਹੈ ਤੋਤੇ ਦਾ ਇਸ਼ੂ। ਜੀ ਤੋਤਾ ਇਹਨੂੰ ਬਹੁਤ ਪੈਂਦਾ ਜੀ ਤੇ ਮਿੱਠਾ ਹੈਗਾ, ਤੇ ਇਹਦੇ ਲਈ ਦੇਖੋ ਜਾਂ ਤਾਂ ਬਰਡ ਨੈਟ ਸਰਕਾਰ ਵੱਲੋਂ ਮੁਹੱਈਆ, ਕਿਉਂਕਿ ਇਹ ਮੈਂ ਟਰਾਈ ਕੀਤੀ ਸੀ, 40,000 ਰੁਪਏ ਏਕੜ ਦਾ ਖਰਚਾ ਹੈ ਬਰਡ ਨੈਟ ਦਾ। ਹੂੰ ਜੇ ਇੰਡੀਵਿਜੂਅਲ ਬੂਟਿਆਂ ਨੂੰ ਲਾਓ ਚਾਹੇ ਓਵਰਹੈਡ ਲਾਓ, ਜੀ ਤੇ ਉਹਦੇ ਤੇ ਹੁਣ ਜੇ ਆਮ ਕਿਸਾਨ ਜਿਹੜਾ 40,000 ਦਾ ਖਰਚਾ ਨਹੀਂ ਕਰ ਸਕਦਾ। ਬਿਲਕੁਲ ਜੇ ਇਹਦੀ ਆਮਦਨ ਵੱਲ ਦੇਖੀਏ ਤਾਂ ਫਿਰ 40,000 ਕੋਈ ਜ਼ਿਆਦਾ ਵੀ ਨਹੀਂ ਹੈ। ਜੀ ਜੇ ਹੁਣ 2-3 ਲੱਖ ਰੁਪਏ ਤੁਹਾਨੂੰ ਕਿੱਲੇ 'ਚ ਮਿਲਦਾ ਤੇ ਇੱਕ ਸਾਲ ਲਾ ਕੇ ਤੁਸੀਂ 6 ਸਾਲ ਇੱਕ ਤੱਕ ਝਾੜ ਦਾ ਹੀ ਜੇ ਮਿਲਦਾ ਇੱਕ ਝਾੜ ਦਾ, ਹੂੰ ਤੇ ਆਉਣ ਵਾਲੇ ਸਾਲਾਂ 'ਚ 6 ਸਾਲ ਤੱਕ ਨੈੱਟ ਦੀ ਲਾਈਫ ਹੈ। ਜੀ 6 ਸਾਲ ਤੱਕ ਤੁਸੀਂ ਉਹ ਨੈੱਟ ਤੇ ਤੁਸੀਂ ਕਰ ਸਕਦੇ ਆ। ਇਹਨਾਂ ਦੋ ਹੀ ਚੀਜ਼ਾਂ ਦਾ ਤਿੰਨਾਂ ਦਾ ਖਿਆਲ ਰੱਖਣਾ। ਬਰਡ ਨੈੱਟ ਜ਼ਰੂਰੀ ਹੈ, ਹੂੰ ਸਪਰੇਆਂ ਤੋਂ ਕੋਈ ਘਬਰਾਉਣ ਦੀ ਗੱਲ ਨਹੀਂ ਹੈ, ਜੀ ਤੇ ਦੂਜਾ ਇਹਨੂੰ ਸਟੋਰ ਕਰਨ ਦੀ ਲੋੜ ਨਹੀਂ ਹੈ। ਹੂੰ ਇਹਨੂੰ ਫਰੈਸ਼ ਫਰੂਟ ਦੇ ਤੌਰ ਤੇ ਹੀ ਮਤਲਬ ਜਿਹੜਾ ਇਸਤੇਮਾਲ ਕੀਤਾ ਜਾਵੇ, ਤਾਂ ਕਿ ਇਹ ਜਿਹੜਾ ਗਲਣ ਦੀ ਸਮੱਸਿਆ ਆਉਂਦੀ ਆ ਉਹ ਨਹੀਂ ਆਏਗੀ। ਮੇਰੇ ਤਾਂ ਇਹੀ ਸੋਚਦਾ। ਬਾਕੀ ਖਾਦਾਂ ਦੀ ਜੇ ਦੇਖੋ ਤਾਂ ਖਾਦ ਜਿਹੜੀ ਹੈ ਇਹਨੂੰ ਪੋਟਾਸ਼ੀਅਮ ਤੇ ਸੁਪਰ ਜਿਹੜੀ ਆ ਉਹ ਜ਼ਿਆਦਾ ਚਾਹੀਦੀ ਨਾਈਟ੍ਰੋਜਨ ਦੇ ਨਾਲੋਂ। ਤੁਸੀਂ ਬਾਗਬਾਨੀ ਨਾਲ ਜੁੜੇ ਸੀ, ਤੁਸੀਂ ਐਕਸਪੈਰੀਮੈਂਟ ਵੀ ਕਰ ਲਏ। ਉਹਨਾਂ ਐਕਸਪੈਰੀਮੈਂਟਸ ਨੂੰ ਝੱਲ ਵੀ ਸਕਦੇ ਸੀ, ਜੇ ਵਾਧਾ ਘਾਟਾ ਹੋ ਜਾਂਦਾ ਤਾਂ ਤੁਹਾਨੂੰ ਪਤਾ ਸੀਗਾ ਕਿ ਕੋਈ ਗੱਲ ਨਹੀਂ, ਕੋਈ ਦਿੱਕਤ ਨਹੀਂ। ਇੱਕ ਕਿਸਾਨ ਆਮ ਆ, ਉਹ ਰਿਸਕ ਲੈਣ ਲੱਗੇ ਡਰਦਾ ਆ, ਤਰਿੰਦਾ ਆ, ਨਵੀਂ ਫਸਲ ਬੀਜਣ ਲੱਗੇ ਕਈ ਤਰੀਕੇ ਦੀਆਂ ਸੋਚਾਂ ਵਿਚਾਰਾ ਕਰਦਾ। ਜਿਹੜੇ ਤੁਸੀਂ ਤਜਰਬੇ ਕੀਤੇ ਆ ਸੇਬ ਨੂੰ ਲੈ ਕੇ ਕਿ ਕਿਹੜੀ ਵੈਰਾਈਟੀ ਕਿਸ ਤਰੀਕੇ ਨਾਲ ਵੱਧ ਝਾੜ ਦਿੰਦੀ ਆ, ਘੱਟ ਸਾਂਭ ਸੰਭਾਲ ਜਿਹੜੀ ਆ ਉਹ ਮੰਗਦੀ ਆ, ਉਹ ਕਿਹੜੀ ਵੈਰਾਈਟੀ ਹੈ ਜਿਹੜੀ ਤੁਹਾਨੂੰ ਲੱਗਦਾ ਕਿ ਕਿਸਾਨ ਸਹਿਜੇ ਬੀਜ ਸਕਦੇ ਆ ਤੇ ਸਹਿਜੇ ਹੀ ਉਹਦੇ ਕੋਲ ਝਾੜ ਵੀ ਲੈ ਸਕਦੇ, ਬਹੁਤਾ ਉਹਨਾਂ ਨੂੰ ਤਰੱਦਦ ਕਰਨ ਦੀ ਉਹਦੇ ਵਿੱਚ ਲੋੜ ਨਹੀਂ ਆ? ਹਾਂ, ਉਹਦੇ ਵਿੱਚ ਜਿਹੜਾ ਮੈਂ ਆਪਣੇ ਤਜਰਬੇ ਤੋਂ ਦੇਖ ਰਿਹਾ ਲੋਕ ਇਸ ਏਰੀਏ ਲਈ, ਉਹਦੇ ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਰੂਟ ਸਟਾਕ ਦੀ, ਜਿਹੜਾ ਰੂਟ ਸਟਾਕ ਹੈ ਨਾ ਉਹ ਜ਼ਰੂਰ ਧਿਆਨ ਦਿੱਤਾ ਜਾਵੇ। ਇਸ ਏਰੀਏ ਲਈ ਤੁਹਾਨੂੰ ਦੱਸਿਆ ਕਿ MI9 ਜਿਹੜਾ ਰੂਟ ਸਟਾਕ ਹੈ ਉਹ ਜ਼ਿਆਦਾ ਵਧੀਆ ਹੈ, ਸੈਮੀ ਜਿਹੜਾ ਹੈ ਸਪਰੈਡਿੰਗ ਟਾਈਪ ਹੈ। ਜਾਂ ਫਿਰ ਦੂਸਰਾ ਜਿਹੜਾ ਹੈ ਸੈਮੀ ਇਰੈਕਟ ਹੈ, ਉਹ ਹੈ MI6। ਉਹ ਦੋ ਰੂਟ ਸਟਾਕ ਹੈ। ਇਹ ਜਿਹੜਾ ਪਿੱਛੇ ਤੁਸੀਂ ਬੂਟਾ ਦੇਖ ਰਹੇ ਹੋ ਇਹ ਹੈਗਾ MI111 ਜੀ। ਇਹਦੇ ਵਿੱਚ ਜਿਹੜਾ ਫਰੂਟਿੰਗ ਹੈ ਬੜੀ ਲੇਟ ਆਉਂਦੀ ਹੈ। ਪੰਜਾਬ ਕੰਡੀਸ਼ਨ ਦੇ ਵਿੱਚ ਆਉਣ ਵਾਲੇ ਉਹਨਾਂ ਮੈਨੂੰ ਪਹਿਲੇ ਜਿਹਨਾਂ ਤੋਂ ਲੈ ਕੇ ਆਏ ਸੀ ਪਲਾਂਟਸ, ਉਹਨਾਂ ਨੇ ਪਹਿਲਾਂ ਦੱਸਿਆ ਕਿ 8ਵੇਂ 9ਵੇਂ ਸਾਲ ਜਾ ਕੇ ਫਲ ਆਏਗਾ। ਉਹ 8-9 ਸਾਲ ਕਿਸਾਨ ਇੰਤਜ਼ਾਰ ਨਹੀਂ ਕਰ ਸਕਦਾ। ਤੇ ਸਾਨੂੰ ਚਾਹੀਦਾ ਕਿ ਜਿਹੜਾ ਆੜੂ ਵਾਂਗ ਤੀਜੇ ਸਾਲ ਜਾਂ ਦੂਜੇ ਸਾਲ ਫਰੂਟ ਦੇ ਦੇ। ਉਹਦੇ ਲਈ ਜਿਹੜਾ MI6 ਤੇ MI9 ਜਿਹੜਾ ਰੂਟ ਸਟਾਕ ਸਭ ਤੋਂ ਵਧੀਆ। ਹਾਂ, ਟਿਸ਼ੂ ਕਲਚਰ ਵਾਲੇ ਬੂਟੇ ਲਏ ਜਾਣ, ਨਾ ਕਿ ਹੁਣ ਕਈ ਮੈਂ ਦੇਖਿਆ ਨਰਸਰੀਆਂ ਦੇਖ ਕੇ ਉਹਨਾਂ ਨੇ ਦੇਸੀ ਸੇਬਾਂ ਦੇ ਬੂਟੇ ਲਾਏ ਆ, ਉਹ ਫਿਰ ਉਹੀ 111 ਵਾਲੀ ਕਿ ਉਹਨੂੰ ਕਈ ਸਾਲ ਫਲ ਹੀ ਨਹੀਂ ਆਉਂਦਾ। ਜੇ ਆਉਂਦਾ ਤਾਂ ਉਹਦੇ ਤੇ ਕੁਆਂਟੀਟੀ ਨਹੀਂ ਆਉਂਦੀ, ਉਹਨਾਂ ਫਲ ਨਹੀਂ ਲੱਗ ਰਿਹਾ। ਇਹ ਕਿਸਾਨ ਜ਼ਰੂਰ ਧਿਆਨ ਦੇਣ ਕਿ ਜਿਹੜਾ ਰੂਟ ਸਟਾਕ ਹੈ ਉਹਦੇ ਤੇ ਜ਼ਿਆਦਾ ਕਨਸੈਂਟਰੇਟ ਕਰਨਾ ਚਾਹੀਦਾ। ਤੇ ਬਾਕੀ ਤੁਹਾਡੇ ਸਾਹਮਣੇ ਆ ਝਾੜ ਦੇਖ ਲਓ ਤੁਸੀਂ, 106 ਤੇ ਹੈ, 109 ਤੇ ਹੈ। ਬਿਲਕੁਲ ਬਾ ਕਮਾਲ ਹੈ ਕਿ ਟਾਹਣੀਆਂ ਲੱਦੀਆਂ ਪਈਆਂ, ਲਿਫਦੀਆਂ ਪਈਆਂ ਔਰ ਦੱਸਦੀਆਂ ਪਈਆਂ ਨੇ ਕਿ ਤੁਹਾਨੂੰ ਕਿ ਤੁਸੀਂ ਜਿਹੜੀ ਮਿਹਨਤ ਕੀਤੀ ਅਸੀਂ ਉਹਨਾਂ ਦਾ ਫਲ ਮੋੜਨ ਲਈ ਬਿਲਕੁਲ ਤਿਆਰ ਬਰ ਤਿਆਰ ਆ। ਅਸਲ 'ਚ ਜਦੋਂ ਕਿਸਾਨ ਦੀ ਗੱਲ ਚੱਲਦੀ ਹੈ, ਜਦੋਂ ਫਸਲ ਦੀ ਗੱਲ ਚੱਲਦੀ ਹੈ, ਮੈਂ ਫਿਰ ਉਹੀ ਆਮ ਜੀ ਗੱਲ ਕਰਨੀ ਚਾਹੁੰਦਾ, ਉਹ ਸਬਸਿਡੀਆਂ ਤੇ ਜਾ ਕੇ ਕਿਸਾਨ ਟਿਕ ਜਾਂਦਾ, ਕਿਉਂਕਿ ਬਹੁਤੀ ਜਿਹੜੀ ਹਾਲਾਤ ਹੈ ਉਹ ਕਿਸਾਨਾਂ ਦੇ ਇੰਨੇ ਵਧੀਆ ਨਹੀਂ ਕਿ ਉਹ ਕਹਿ ਲੈਣ ਕਿ ਅਸੀਂ ਆਪਣੇ ਪੱਧਰ ਤੇ ਸਾਰਾ ਕੁਝ ਕਰ ਲਾਂਗੇ। ਕਿ ਸਰਕਾਰ ਵੱਲੋਂ ਇਹ ਬਾਗਬਾਨੀ ਨੂੰ ਲੈ ਕੇ ਕੋਈ ਮਦਦ ਦਿੱਤੀ ਜਾਂਦੀ, ਕੋਈ ਸਬਸਿਡੀ ਇਸ ਬਾਗਬਾਨੀ 'ਚ ਹੈ ਜਿਹਨੂੰ ਲੈ ਕੇ ਕਿਸਾਨ ਇਹ ਮਹਿਸੂਸ ਕਰਨ ਕਿ ਚਲੋ ਸਾਡਾ ਥੋੜ੍ਹਾ ਬਹੁਤਾ ਭਾਰ ਜਿਹੜਾ ਉਹ ਵੰਡਿਆ ਜਾਏਗਾ ਤੇ ਅਸੀਂ ਇਹ ਕੰਮ ਸ਼ੁਰੂ ਕਰ ਸਕਦੇ ਹਾਂ? ਦੇਖੋ, ਨਵੀਂ ਫਸਲ ਹੈ, ਯੂਨੀਵਰਸਿਟੀ ਵੱਲੋਂ ਰਿਕਮੈਂਡਡ ਨਹੀਂ ਹੈ। ਬਾਗਬਾਨੀ ਦੇ ਵਿੱਚ ਜਿਹੜੀ ਸਬਸਿਡੀ ਆ, ਉਪਦਾਨ ਹੈ, ਉਹਨਾਂ ਫਸਲਾਂ 'ਤੇ ਹੀ ਦਿੱਤਾ ਜਾਂਦਾ ਜਿਹੜੀਆਂ ਯੂਨੀਵਰਸਿਟੀ ਵੱਲੋਂ ਰਿਕਮੈਂਡਡ ਹੈ। ਇਹ ਹਜੇ ਅੰਡਰ ਟਰਾਇਲ ਹੈ ਤੇ ਇਸ ਕਰਕੇ ਮਤਲਬ ਇਹਦੇ ਤੇ ਸਬਸਿਡੀ ਨਹੀਂ ਹੈ। ਜਦ ਕਿ ਮੈਂ ਸਮਝਦਾ ਕਿ ਜ਼ਿਆਦਾ ਜਿਹੜਾ ਰਿਸਕ ਵਾਲੀਆਂ ਕ੍ਰੌਪਸ ਆ ਉਹਨਾਂ ਤੇ ਸਬਸਿਡੀ ਜ਼ਿਆਦਾ ਹੋਣੀ ਚਾਹੀਦੀ ਹੈ, ਤਾਂ ਕਿ ਕਿਸਾਨ ਨਵੀਂ ਜਿਹੜਾ ਡਾਇਵਰਸੀਫਿਕੇਸ਼ਨ ਵੱਲ ਚੱਲ ਸਕਣ। ਉਹ ਘੱਟੋ ਘੱਟ ਰਿਸਕ ਜਿਹੜਾ ਕਵਰ ਕੀਤਾ ਜਾ ਸਕੇ, ਸਬਸਿਡੀ ਦੇ ਨਾਲ ਉਹਨਾਂ ਨੂੰ ਕੁਝ ਹੈਲਪ ਹੋ ਜਾਏ। ਮੇਰੀ ਤਾਂ ਸਰਕਾਰ ਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਨਵੀਆਂ ਫਸਲਾਂ ਨੂੰ ਜ਼ਰੂਰ ਇਨਕਲੂਡ ਕਰ ਲਿਆ ਜਾਵੇ। ਤੇ ਇਹਦੇ ਨਾਲ ਹੀ ਜਿਹੜਾ ਹੈਗਾ, ਮੈਂ 2-3 ਕ੍ਰੌਪਸ ਹੋਰ ਆ ਉਹਨਾਂ ਬਾਰੇ ਵੀ ਜ਼ਿਕਰ ਕਰੂੰਗਾ। ਮੈਂ ਕੁਝ ਬੂਟੇ ਅਖਰੋਟ ਦੇ ਵੀ ਲਾਏ ਆ, ਉਹਨਾਂ ਨੂੰ ਵੀ ਫਲ ਸ਼ੁਰੂ ਹੋ ਗਿਆ। ਤੇ
ਉਹਦੇ ਨਾਲ ਇੱਕ ਪੀਕਨ ਨਟ ਹੈ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਮੈਂ ਗਿਆ ਤਾਂ ਨਹੀਂ, ਸੁਣਿਆ ਕਿ ਇਦਾਂ ਦਾ ਟੈਂਪਰੇਚਰ ਆ ਉੱਥੇ ਵੀ। ਹੁਣ ਬਾਗ ਉੱਥੇ ਵੀ ਅਖਰੋਟ ਤੇ ਪੀਕਨਟ ਦੇ ਬਹੁਤ ਜ਼ਿਆਦਾ ਹੈ, ਸੇਬ ਦੇ ਵੀ ਆ। ਇਸ ਕਰਕੇ ਵੀ ਮੇਰੇ ਮਨ 'ਚ ਵਿਚਾਰ ਆਇਆ ਕਿ ਜੇ ਇੱਕੋ ਜਿਹਾ ਟੈਂਪਰੇਚਰ ਹੈ, ਉੱਦਾਂ ਦਾ ਹੈ, ਤੇ ਸਾਡੇ ਕਿਉਂ ਨਹੀਂ ਹੋ ਸਕਦਾ। ਉਹ ਪਰ ਯੂਨੀਵਰਸਿਟੀ ਵੱਲੋਂ ਇਸ ਪਾਸੇ ਰਿਸਰਚ ਨਹੀਂ ਹੋਈ, ਤੇ ਉਹ ਜ਼ਿਆਦਾਤਰ ਜਿਹੜੀ ਯੂਨੀਵਰਸਿਟੀ ਦੀ ਰਿਸਰਚ ਆ ਕਣਕ ਝੋਨੇ 'ਤੇ ਰਹੀ ਆ ਕੌਨਸਨਟਰੇਟ। ਬਾਗਬਾਨੀ ਵੱਲ ਉਹਨਾਂ ਦਾ ਧਿਆਨ ਪਿਛਲੇ ਸਾਲਾਂ 'ਚ ਨਹੀਂ ਗਿਆ। ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਇਹਦੇ ਵੱਲ ਸਪੈਸ਼ਲ ਜਿਹੜਾ ਬਜਟ ਦੇ ਵਿੱਚ ਬਾਗਬਾਨੀ ਵੱਲ ਧਿਆਨ ਹੈ। ਇਹ ਤੁਹਾਨੂੰ ਲੱਗਦਾ ਨਹੀਂ ਕਿ ਹਾਲਾਂਕਿ ਕਿਸਾਨੀ ਦੀਆਂ ਗੱਲਾਂ ਮੈਨੂੰ ਕਰਨੀਆਂ ਚਾਹੀਦੀਆਂ, ਪਰ ਪਤਾ ਨਹੀਂ ਕਿਉਂਕਿ ਤੁਸੀਂ ਵਿਭਾਗ ਨਾਲ ਜੁੜੇ ਰਹੇ ਹੋ, ਤੁਸੀਂ ਹੁਣ ਜ਼ਿਕਰ ਛੇੜਤਾ ਕਿ ਇਹਦੇ ਪਾਸੇ ਵੱਲ ਧਿਆਨ ਨਹੀਂ ਦਿੰਦੀਆਂ ਯੂਨੀਵਰਸਿਟੀਜ਼ ਜਿਹੜੀਆਂ। ਲੱਗਦਾ ਨਹੀਂ ਹੈ ਕਿ ਅਸੀਂ ਰੌਲਾ ਬਹੁਤ ਦੇਰ ਦਾ ਪਾਉਂਦੇ ਹਾਂ, ਯੂਨੀਵਰਸਿਟੀਆਂ ਵੀ ਰੌਲਾ ਪਾਉਂਦੀਆਂ ਨੇ ਕਿ ਖੇਤੀ ਵਿਭਿੰਨਤਾ ਲੈ ਕੇ ਆਓ, ਖੇਤੀ ਵਿਭਿੰਨਤਾ ਲੈ ਕੇ ਆਓ, ਪਰ ਵਿਭਿੰਨਤਾ ਲਿਆਉਣ ਲਈ ਜਿਹੜਾ ਉਹਨਾਂ ਯੂਨੀਵਰਸਿਟੀਆਂ ਨੂੰ, ਜਿਹੜੇ ਇਹਨਾਂ ਵਿਭਾਗਾਂ ਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ, ਉਸ ਪਾਸੇ ਨਹੀਂ ਕਦਮ ਉਹਨੇ ਸ਼ਿੱਦਤ ਨਾਲ ਵਧਾਇਆ ਜਾ ਰਿਹਾ। ਨਹੀਂ ਜੀ, ਵਧਾਏ ਤਾਂ ਜਾ ਰਿਹਾ। ਯੂਨੀਵਰਸਿਟੀ ਦੀ ਵੀ ਇੱਕ ਮਜਬੂਰੀ ਹੈ, ਜਿਵੇਂ ਕਹਿ ਲਓ ਸਰਕਾਰ ਦੀ ਪਾਲਿਸੀਜ਼ ਹੈ, ਮਿਨੀਮਮ ਸਪੋਰਟ ਪ੍ਰਾਈਸ MSP ਦਿੰਦੀ ਹੈ, ਤੇ ਜ਼ਿਮੀਂਦਾਰਾਂ ਨੂੰ ਵੀ ਉਹ ਇੱਕ ਚੰਗਾ ਲੱਗਦਾ ਕਿ ਜਿਹੜਾ MSP ਆ ਫਸਲ ਚੱਕੀ ਜਾਣੀ ਆ। ਇਸੇ ਤਰ੍ਹਾਂ ਜਿਹੜਾ ਫਿਰ ਜਦੋਂ MSP ਦੀ ਗੱਲ ਆਉਂਦੀ ਆ, ਫਿਰ ਉਹਨਾਂ ਵੈਰਾਈਟੀ ਵੱਲ ਹੀ ਧਿਆਨ ਦਿੱਤਾ ਜਾਂਦਾ ਕਿ ਕਣਕ ਝੋਨੇ ਦੀਆਂ ਨਵੀਆਂ ਵੈਰਾਈਟੀਆਂ, ਹਾਈ ਯੀਲਡਿੰਗ ਵੈਰਾਈਟੀਆਂ ਜਿਹੜੀਆਂ ਕੱਢੀਆਂ ਜਾਣ। ਬਾਗਬਾਨੀ ਦੀਆਂ ਫਸਲਾਂ ਰਿਸਕੀ ਜ਼ਰੂਰ ਹੈ। ਦੇਖੋ ਇੱਕ ਵਾਰੀ ਲਾਈ, ਹੁਣ ਇਹ ਸੇਬ ਦੀ ਮੈਂ ਫਸਲ ਲਾਈ ਆ, ਇਹਦੀ ਐਵਰੇਜ ਲਾਈਫ ਹੈ ਜਿਹੜੀ 60 ਸਾਲ ਹੈ ਜੀ। ਹੁਣ 60 ਸਾਲ ਤੱਕ ਜੇ ਕਾਮਯਾਬ ਹੁੰਦੀ ਹੈ ਤਾਂ ਮੈਂ ਪੈਨਸ਼ਨ ਵਾਲਾ ਕੰਮ ਹੈ ਕਿ ਮੈਨੂੰ ਕੋਈ ਦੇਖਣ ਦੀ ਲੋੜ ਨਹੀਂ ਹੈ। ਤੇ ਹੁਣ ਕਣਕ ਝੋਨੇ ਦੇ ਵਿੱਚ ਤਾਂ ਬੜਾ ਛੇਤੀ ਮਤਲਬ ਚੇਂਜ ਆ ਸਕਦੀ ਆ। ਤੁਸੀਂ ਇੱਕ ਵਾਰੀ ਫਸਲ ਲਾਈ, ਚਲੋ ਅਗਲੇ ਸਾਲ ਤੁਸੀਂ ਚੇਂਜ ਕਰ ਸਕਦੇ ਆ, ਪਰ ਇਹਦੇ 'ਚ ਤੁਸੀਂ ਚੇਂਜ ਨਹੀਂ ਕਰ ਸਕਦੇ। ਇਸ ਕਰਕੇ ਰਿਸਕੀ ਕ੍ਰੌਪ ਜ਼ਰੂਰ ਹੈ। ਤਾਂ ਤੁਹਾਨੂੰ ਮਤਲਬ ਜਿਹੜਾ ਹੈ ਇਹਨੂੰ ਮੈਂ ਸਮਝਦਾ ਕਿ ਸਰਕਾਰ ਵੱਲੋਂ ਸਬਸਿਡੀ ਜਿਹੜੀ ਆ ਉਹ ਪ੍ਰਦਾਨ ਆ ਫਾਰਮਰ ਨੂੰ ਦਿੱਤਾ ਜਾਵੇ, ਤਾਂ ਕਿ ਉਹ ਇਸ ਪਾਸੇ ਵੱਲ ਜ਼ਿਆਦਾ ਧਿਆਨ ਦੇ ਕੇ ਜ਼ਿਆਦਾ ਵਧੀਆ ਮਤਲਬ ਆ ਸਕਣ, ਔਰ ਜ਼ਿਆਦਾ ਰਿਸਕ ਲੈ ਕੇ ਇੱਕ ਇਸ ਏਰੀਏ ਦੀ ਇੱਕ ਡਾਇਵਰਸੀਫਿਕੇਸ਼ਨ 'ਚ ਇੱਕ ਅਹਿਮ ਕਦਮ ਜਿਹੜਾ ਉਲੀਕਿਆ ਜਾ ਸਕਦਾ। ਤੁਸੀਂ ਨਾ ਗੱਲ ਕਰਦੇ ਕਰਦੇ ਇੱਕ ਵਾਰ ਇਹ ਗੱਲ ਕੀਤੀ ਸੀਗੀ ਕਿ ਮੈਂ ਵਿੱਚ ਨਾ ਆਲੂ ਬੀਜ ਲੈ, ਤੇ ਉਹ ਸੇਬਾਂ ਦੇ ਵਿੱਚੋਂ ਆਲੂਆਂ ਵਾਲੀ ਭਾਅ ਮਿਲਣੀ ਸ਼ੁਰੂ ਹੋ ਗਈ। ਤੇ ਹੁਣ ਮੈਂ ਜਦੋਂ ਗੱਲ ਕਰਦੇ ਨਜ਼ਰ ਘੁਮਾਈ ਤਾਂ ਦੇਖ ਰਿਹਾ ਕਿ ਗੇਂਦਾ ਤੁਸੀਂ ਬੀਜਿਆ ਹੋਇਆ ਇਸ ਬਾਗ ਦੇ ਵਿੱਚ। ਹੁਣ ਇਹਦਾ ਪਰਪਸ ਜਿਹੜਾ ਗੇਂਦਾ ਬੀਜਣ ਦਾ, ਇਹ ਤੁਹਾਨੂੰ ਲੱਗਦਾ ਹੈ ਕਿ ਉਹੀ ਹੈ ਕਿ ਇਹਦੀ ਮਹਿਕ ਜਾਂ ਇਹਦੀ ਖੁਸ਼ਬੂ ਜਿਹੜੀ ਸੇਬਾਂ ਨੂੰ ਜਾਂਦੀ ਹੈ, ਜਾਂ ਗੇਂਦਾ ਵੈਸੇ ਬੀਜ ਦਿੱਤਾ ਇਹਦਾ ਅਸਰ ਕੋਈ ਨਹੀਂ ਪੈਂਦਾ ਸੇਬਾਂ ਦੇ ਉੱਤੇ? ਨਹੀਂ ਜੀ, ਬਹੁਤ ਪੈਂਦਾ। ਗੇਂਦੇ ਦਾ ਮੇਰਾ ਸਾਇੰਟੀਫਿਕ ਰੀਜ਼ਨ ਹੈ ਕਿ ਇਹ ਨਾ ਇੱਕ ਹੈਗਾ ਨੈਮਾਟੋਡ ਰਿਪਲਟੈਂਟ ਹੈ, ਜਿਹੜਾ ਕਿ ਨੈਮਾਟੋਡ ਪਲਾਂਟਸ ਦੇ ਵਿੱਚ ਆਉਂਦਾ, ਜੜ੍ਹਾਂ ਦੇ ਵਿੱਚ। ਇਹ ਨੈਮਾਟੋਡ ਆਉਣ ਨਹੀਂ ਦਿੰਦਾ। ਤੇ ਦੂਸਰਾ ਜਿਹੜੀ ਸੁੰਡੀ ਆ ਉਹਨੂੰ ਅਟਰੈਕਟ ਕਰਦਾ, ਜਿਹੜੀ ਇਹਨੂੰ ਟਰੈਪ ਕ੍ਰੌਪ ਦੇ ਤੌਰ ਤੇ ਆਪਾਂ ਲਾ ਸਕਦੇ ਹਾਂ ਕਿ ਸੁੰਡੀ ਸੇਬ ਵੱਲ ਨਹੀਂ ਜਾਂਦੀ, ਇਹਦੇ ਤੇ ਜਾਂਦੀ ਆ, ਤੇ ਇਹਦੇ ਵੱਲ ਜਾਂਦੀ ਆ ਤਾਂ ਅਸੀਂ ਇਹਦੇ ਤੇ ਸਪਰੇਅ ਕਰ ਦਿੰਦੇ ਹਾਂ, ਸਾਨੂੰ ਸੇਬ ਤੇ ਸਪਰੇਅ ਕਰਨ ਦੀ ਲੋੜ ਨਹੀਂ ਹੈ। ਤੇ ਬਾਕੀ ਰਿਪਲਟੈਂਟ ਜਿਵੇਂ ਦੱਸਿਆ ਕਿ ਨੈਮਾਟੋਡ ਜੜ੍ਹਾਂ ਦਾ ਰੋਗ ਜਿਹੜਾ ਆ ਉਹ ਬਿਲਕੁਲ ਆਉਣ ਨਹੀਂ ਦਿੰਦਾ। ਮੈਂ ਇਹਨੂੰ ਲੈ ਕੇ ਇੱਕ ਤਾਂ ਮੇਰੀ ਐਡੀਸ਼ਨਲ ਇਨਕਮ ਹੋ ਜਾਏਗੀ, ਫੁੱਲ ਤੋੜ ਕੇ ਫੁੱਲ ਵੇਚੇ ਜਾ ਸਕਦੇ ਆ। ਬਾਕੀ ਜਿਹੜਾ ਫੋਲੀਏਜ ਹੈ 2-3 ਪਿਕਿੰਗ ਤੋਂ ਬਾਅਦ ਮੈਂ ਇਹਨੂੰ ਵਿੱਚੇ ਵਾਹ ਦਾਂਗਾ, ਜਿਹਦੇ ਨਾਲ ਹੋਰ ਵੀ ਵਧੀਆ ਇੱਕ ਤਾਂ ਗ੍ਰੀਨ ਮੈਨਿਊਰਿੰਗ ਪਲੱਸ ਜਿਹੜਾ ਇਹਦਾ ਨੈਮਾਟੋਡ ਰਿਪਲਟੈਂਟ ਜਿਹੜਾ ਉਹਦਾ, ਤੇ ਐਡੀਸ਼ਨਲ ਮੇਰੀ ਜਿਹੜੀ ਇਹਦੀ ਮੇਨਟੇਨੈਂਸ ਹੈ ਉਹ ਇਹਦੇ ਕ੍ਰੌਪ ਦੇ ਵਿੱਚ ਫੁੱਲਾਂ 'ਚੋਂ ਨਿਕਲ ਜਾਏਗੀ। ਇਹ ਹੁੰਦਾ ਨਾ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਪੈਂਦੇ ਆ ਨਾ, ਤੇ ਫਿਰ ਕਿੰਨੀਆਂ ਚੀਜ਼ਾਂ, ਕਿੰਨੇ ਉਹਦੇ ਤੋੜ, ਕਿੰਨੇ ਐਕਸਪੈਰੀਮੈਂਟ ਤੇ ਕਿੰਨਾ ਨਵਾਂ ਕੁਝ ਉਹਦੇ ਵਿੱਚੋਂ ਨਿਕਲ ਕੇ ਆਉਂਦਾ ਕਿ ਤੁਸੀਂ ਇਹ ਗੇਂਦੇ ਨੂੰ ਵੀ ਇੱਕ ਸੇਬ ਦੀ ਫਸਲ ਦਾ ਪੂਰਕ ਵੀ ਬਣਾ ਲਿਆ, ਤੇ ਵਾਧੂ ਇਨਕਮ ਦਾ ਰਿਸੋਰਸ ਵੀ ਬਣਾ ਲਿਆ, ਤੇ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਵੀ ਤੁਹਾਡੀਆਂ ਆਪਣੇ ਆਪ ਹੱਲ ਹੁੰਦੀਆਂ ਨਜ਼ਰ ਆਈਆਂ। ਇੱਕ ਰੀਜ਼ਨ ਹੋਰ ਵੀ ਸੀ, ਮੈਂ ਪਿਛਲੇ ਸਾਲਾਂ 'ਚ ਮੇਰਾ ਐਕਸਪੀਰੀਅੰਸ ਕਹਿ ਲਓ, ਮੈਂ ਪਹਿਲੇ 2 ਸਾਲਾਂ 'ਚ ਇਹਦੇ ਵਿੱਚ ਕੁਝ ਨਹੀਂ ਬੀਜਿਆ ਜੀ, ਤੇ ਉਹਦੇ ਵਿੱਚ ਮੈਂ ਦੇਖਿਆ ਕਿ ਮਈ ਜੂਨ ਦੇ ਵਿੱਚ ਲੂ ਵਗਦੀ ਆ। ਉਹ ਲੂ ਆ ਕੇ ਨਾ ਕੁਝ ਐਪਲ ਨੂੰ ਗਲਦਾ ਸੀਗਾ ਜੀ, ਸਨਬਰਨ ਹੁੰਦਾ ਸੀ। ਤੇ ਉਹਦੇ 'ਚ ਫਿਰ ਮੈਨੂੰ ਕਿਸੇ ਮੇਰੇ ਦੋਸਤ ਨੇ ਸਲਾਹ ਦਿੱਤੀ ਜਿਹੜਾ ਯੂਨੀਵਰਸਿਟੀ ਦੇ ਵਿੱਚ ਹੈ, ਉਹ ਕਹਿੰਦੇ ਕਿ ਇਹਦੇ 'ਚ ਨਾ ਗ੍ਰੀਨ ਕਵਰ ਕਰ ਜੀ, ਘਾਹ ਨਾ ਕੱਢ, ਫਿਰ ਬੂਟਿਆਂ ਦੇ ਥੱਲਿਓਂ ਕੱਢ ਦੇ, ਬਾਕੀ ਰਹਿਣ ਦੇ। ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਟੈਂਪਰੇਚਰ ਹੋਰ ਲੋ ਹੋ ਜਾਂਦਾ ਤੇ ਗ੍ਰੀਨ ਕਵਰ ਹੋ ਜਾਂਦਾ, ਨਵੀਂ ਬਣੀ ਰਹਿੰਦੀ ਆ। ਉਹ ਅਗਲੇ ਸਾਲ ਫਿਰ ਮੈਂ ਇਹਦੇ 'ਚ ਜਿਹੜਾ ਬੂਟਿਆਂ ਦੇ ਥੱਲੇ ਗੁਡਾਈ ਤਾਂ ਜ਼ਰੂਰ ਕਰਾਈ, ਤੇ ਸਾਈਡਾਂ ਦੇ ਵਿੱਚ ਘਾਹ ਬਹੁਤ ਜ਼ਿਆਦਾ ਹੋ ਗਿਆ, ਪਰ ਉਹਦੇ 'ਚ ਪੈਸਟ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ। ਫਿਰ ਮੈਂ ਪਿਛਲੇ ਸਾਲਾਂ ਤੋਂ ਫਿਰ ਮੈਂ ਇਹ ਆਲਟਰਨੇਟਿਵ ਕੱਢਿਆ ਕਿ ਇੱਕ ਤਾਂ ਇਨਕਮ ਹੋ ਜਾਏ, ਇੱਕ ਜਿਹੜਾ ਹੈ ਨਾਲ ਸਾਨੂੰ ਸੋਹਣਾ ਵੀ ਲੱਗੇ, ਤੇ ਇਹਦੇ ਵਿੱਚ ਮੈਂ ਗੇਂਦਾ ਲਾਉਣਾ ਸ਼ੁਰੂ ਕਰ ਦਿੱਤਾ।
ਤੇ ਜਿਹਦਾ ਇਫੈਕਟ ਹੈ ਕਿ ਮਈ ਜੂਨ ਦੇ ਵਿੱਚ ਟੈਂਪਰੇਚਰ ਵੀ ਘਟ ਗਿਆ ਬਾਗ ਦਾ ਜੀ ਤੇ ਗ੍ਰੀਨ ਕਵਰੇਜ ਹੋ ਗਈ ਤੇ ਉਹਦੇ ਨਾਲ ਮੈਨੂੰ ਐਡੀਸ਼ਨਲ ਇਨਕਮ ਵੀ ਸ਼ੁਰੂ ਹੋ ਗਈ। ਪਿਛਲੇ 2 ਸਾਲਾਂ ਤੋਂ ਮੈਂ ਗੇਂਦਾ ਲਾ ਰਿਹਾ ਜੀ। ਇਹ ਬਾਕਮਾਲ ਗੱਲ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਦਿਆਂ ਤੁਹਾਨੂੰ ਨਾ ਨਵੇਂ ਤਜਰਬੇ ਦੇ ਜਾਂਦੀਆਂ, ਕੁਝ ਸਿਖਾ ਜਾਂਦੀਆਂ ਤੇ ਕਈ ਕੁਝ ਦੇ ਜਾਂਦੀਆਂ ਨੇ। ਉਹ ਤਜਰਬੇ ਕਰਨ ਦਾ ਤੁਹਾਡੇ ਵਿੱਚ ਮਾਦਾ ਹੋਣਾ ਚਾਹੀਦਾ। ਥੋੜਾ ਜਿਹਾ ਰਿਸਕ, ਜਿੰਨਾ ਤੁਸੀਂ ਪਹਿਲਾਂ ਹੀ ਕਿਹਾ ਆ ਕਿ ਜਿੰਨਾ ਰਿਸਕ ਲਓਗੇ ਉਨਾ ਹੀ ਤੁਹਾਡੀ ਜਿਹੜੇ ਸਕਸੈਸ ਦੇ ਵੀ ਚਾਂਸਸ ਜਿਹੜੇ ਵੱਧਦੇ ਹੁੰਦੇ ਆ। ਰਿਸਕ ਲੈਣਾ ਬਹੁਤ ਜ਼ਰੂਰੀ ਆ। ਸੋ ਅਸੀਂ ਕਿਸਾਨ, ਆਮ ਕਿਸਾਨ ਵੀ ਕਣਕ ਝੋਨੇ ਦੇ ਵਿੱਚ ਵੀ ਇਦਾਂ ਦੇ ਤਜਰਬੇ ਕਰ ਜਾਂਦੇ ਆ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਹੁੰਦਾ ਕਿ ਕਣਕ ਦੇ ਨਾਲ ਜੇ ਆਹ ਫਸਲ ਬੀਜ ਲਈ, ਕਈ ਵਾਰੀ ਵੱਟਾਂ ਦੇ ਉੱਤੇ ਸਰੋਂ ਦੇ ਬੀਜ ਸੁੱਟ ਦਿੱਤੇ ਜਾਂਦੇ ਆ, ਉਹ ਫਿਰ ਸਰੋਂ ਵੀ ਹੋ ਜਾਂਦੀ ਹੈ ਤੇਲ ਜੋਗੀ ਤੇ ਨਾਲ ਦੀ ਨਾਲ ਕਣਕ ਦੀ ਫਸਲ ਵੀ ਹੋ ਜਾਂਦੀ ਆ। ਗੰਨਾ ਵਿੱਚ ਬੀਜ ਲਿਆ ਜਾਂਦਾ ਹੈ ਕਣਕ ਦੀ ਫਸਲ ਦੇ ਵਿੱਚ, ਉਹ ਡਬਲ ਜਿਹੜੀ ਫਸਲ ਲੈ ਲਈ ਜਾਂਦੀ ਹੈ। ਤੇ ਬਿਲਕੁਲ ਉਸੇ ਤਰੀਕੇ ਨਾਲ ਇੱਥੇ ਵੀ ਜਿਹੜਾ ਆ ਉਹ ਬਾਗਬਾਨੀ ਦੇ ਵਿੱਚ ਜਿਹੜੀ ਆ ਉਹ 2-2 ਫਸਲਾਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ। ਕੋਈ ਨੁਕਤਾ ਇਹੋ ਜਿਹਾ, ਕਿਉਂਕਿ ਮੈਂ ਇੰਨਾ ਤਜਰਬੇਕਾਰ ਨਹੀਂ ਹਾਂ ਇਸ ਬਾਗਬਾਨੀ ਦੇ ਖਿੱਤੇ ਦੇ ਵਿੱਚ, ਸੇਬ ਨੂੰ ਮੈਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਉੱਗਦਾ ਦੇਖ ਰਿਹਾ ਹਾਂ। ਤੁਹਾਡੇ ਨਾਲ ਸੰਬੰਧਿਤ ਇੱਕ ਖਬਰ ਜ਼ਰੂਰ ਮੈਂ ਦੇਖੀ ਜਾਂ ਉਸ ਖਬਰ ਨੂੰ ਸਾਡੇ ਚੈਨਲ ਵੱਲੋਂ ਦਿਖਾਇਆ ਵੀ ਗਿਆ ਸੀਗਾ, ਪਰ ਇਸ ਤਰੀਕੇ ਨਾਲ ਬਾਗ ਦੇ ਵਿੱਚ ਖੜੇ ਹੋ ਕੇ ਇਦਾਂ ਉੱਗਦਾ ਪੰਜਾਬ 'ਚ ਮੈਂ ਪਹਿਲੀ ਵਾਰੀ ਦੇਖ ਰਿਹਾ। ਕੁਝ ਨੁਕਤੇ ਤੁਹਾਨੂੰ ਲੱਗਦਾ ਹੋਵੇ ਕਿ ਰਹਿ ਗਏ ਆ ਗੱਲ ਕਰਨੇ, ਤੇ ਜਿਹੜਾ ਦੇਖਣ ਵਾਲਾ ਉਹਦੇ ਤੱਕ ਜ਼ਰੂਰ ਇਹ ਗੱਲਾਂ ਪਹੁੰਚਣੀਆਂ ਚਾਹੀਦੀਆਂ, ਉਹ ਮੈਨੂੰ ਲੱਗਦਾ ਕਿ ਜ਼ਰੂਰ ਕਹਿ ਦਿਓ। ਬਸ ਹੋਰ ਤਾਂ ਕੋਈ ਨਹੀਂ ਜੀ, ਸਿਰਫ ਇਹੀ ਹੈ ਕਿ ਆਮ ਕਿਸਾਨ ਨੂੰ ਮੈਂ ਇਹੀ ਸੁਜੈਸਟ ਕਰਦਾ ਕਿ ਜਿੱਦਾਂ ਇੱਕ ਭੇਡ ਚਾਲ ਹੈ ਕਿ ਦੇਖਾ ਦੇਖੀ ਬਾਗ ਨਹੀਂ ਲਾਉਣਾ। ਹਾਂ, ਆਪਣੇ ਏਰੀਏ ਦੇ ਵਿੱਚ ਆਪਣੀ ਜ਼ਮੀਨ ਦੇ ਹਿਸਾਬ ਨਾਲ ਕਿ 20-20, 25-25 ਬੂਟੇ ਜ਼ਰੂਰ ਲਾਉਣ, ਉਹਨੂੰ 2 ਸਾਲ ਦੇਖਣ। ਜਦੋਂ ਉਹਨਾਂ ਦੀ ਫਸਲ, ਹੋ ਸਕਦਾ ਕਿ ਹਰ ਕਿਸਾਨ ਦੀ ਜ਼ਮੀਨ ਇੱਕ ਨਹੀਂ ਹੁੰਦੀ ਕਿ ਕਿਤੇ ਸੈਂਡੀ ਹੁੰਦੀ ਆ, ਕਿਤੇ ਮਹਿਰਾ ਹੁੰਦੀ ਆ, ਕਿਤੇ ਬਿਲਕੁਲ ਭਾਰੀ ਜ਼ਮੀਨ ਹੈ। ਤੇ ਇਹਨੂੰ ਮਹਿਰਾ ਜ਼ਮੀਨ ਜਿਹੜੀ ਆ ਬਹੁਤ ਵਧੀਆ, ਇਹਦੀਆਂ ਜੜ੍ਹਾਂ ਦੇ ਵਿੱਚ ਪਾਣੀ ਨਹੀਂ ਖੜਨਾ ਚਾਹੀਦਾ। ਪਹਿਲੀ ਗੱਲ ਤੁਸੀਂ ਦੇਖ ਸਕਦੇ ਹੋ ਡ੍ਰਿਪ ਲਾਈਨ ਵਿਛੀ ਆ, ਮੈਂ ਡ੍ਰਿਪ 'ਤੇ ਕਰ ਰਿਹਾ ਇਹਨੂੰ ਸਾਰਾ, ਤੇ ਡ੍ਰਿਪ ਨਾਲ ਬਹੁਤ ਵਧੀਆ ਕਾਮਯਾਬ ਹੈ। ਜ਼ਿਆਦਾ ਪਾਣੀ ਜਿਹੜਾ ਇਹਨੂੰ ਮਾਰਦਾ ਤੇ ਇਹਦੀਆਂ ਜੜ੍ਹਾਂ ਦੇ ਵਿੱਚੋਂ ਮਤਲਬ ਪਾਣੀ ਖੜਨਾ ਨਹੀਂ ਚਾਹੀਦਾ। ਪਾਣੀ ਦੀ ਬੱਚਤ ਤਾਂ ਹੈ ਹੀ ਹੈ ਜੀ, 60% ਪਾਣੀ ਦੀ ਬੱਚਤ ਹੈਗੀ ਹੈ। ਬਾਕੀ ਖਾਦਾਂ ਜਿਹੜੀਆਂ ਤੁਸੀਂ ਡ੍ਰਿਪ ਦੇ ਵਿੱਚ ਪਾਉਂਦੇ ਹੋ, ਖਾਦਾਂ ਦੀ ਵੀ ਬੱਚਤ ਹੈ, ਟਾਈਮ ਦੀ ਵੀ ਬੱਚਤ ਹੈ। ਉਹਦੇ ਨਾਲ ਡ੍ਰਿਪ ਨਾਲ ਤਾਂ ਜੋ ਹੈਗੇ ਫਾਇਦੇ ਉਹ ਸਾਰੇ ਹੈਗੇ ਆ। ਬਾਕੀ ਕਿਸਾਨਾਂ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਦੇਖਾ ਦੇਖੀ ਮਤਲਬ ਇਹ ਨਹੀਂ ਕਿ ਜੇ ਹੁਣ ਕਹਿਣਗੇ ਠੀਕ ਹੈ, ਹਰ ਕਿਸੇ ਕਿਸਾਨ ਦੀ ਕਪੈਸਿਟੀ ਅਲੱਗ-ਅਲੱਗ ਹੈ। ਕੁਛ ਫਾਰਮਰ ਇੱਦਾਂ ਦੇ ਵੀ ਆ ਕਿਸਾਨ ਜਿਹੜੇ ਇੱਕੋ ਦਿਨ 'ਚ 10 ਏਕੜ ਵੀ ਲਾ ਸਕਦੇ ਆ, ਕਿਉਂਕਿ ਇਹਦਾ ਬੂਟੇ ਦੀ ਕੋਸਟ ਇਸ ਵੇਲੇ 300 ਰੁਪਏ ਪਰ ਪਲਾਂਟ ਆ ਟਿਸ਼ੂ ਕਲਚਰ ਵਾਲੀ। ਤੇ ਇਹਦੇ 'ਚ ਬੜਾ ਵੱਡਾ ਰਿਸਕ ਆ। ਹੁਣ 200 ਬੂਟਾ ਤੁਸੀਂ ਲਾਉਣਾ ਹੈ, 300 ਰੁਪਏ ਦਾ ਬੂਟਾ ਲਾ ਕੇ ਲਾਉਣਾ ਤੇ ਬਹੁਤ ਕੋਸਟ ਆਉਂਦੀ ਆ। ਬਾਕੀ ਉਹਦੇ ਪਲਾਂਟੇਸ਼ਨ ਕੋਸਟ ਆ ਗਈ। ਤੇ ਫਿਰ ਆਪਾਂ ਉਹਨੂੰ ਕਵਰ ਕਰਨ ਲਈ ਮੈਂ ਇਹੀ ਗੱਲ ਕਰਦਾ ਕਿ ਆਪਣੇ ਜ਼ਮੀਨ ਨੂੰ ਟੈਸਟ ਕਰਨ ਲਈ ਘੱਟੋ ਘੱਟ ਆਪਣੀ ਬਗੀਚੀ ਦੇ ਵਿੱਚ ਜਾਂ ਟਿਊਬਵੈੱਲ ਪਲਾਂਟੇਸ਼ਨ ਕਰ ਲਓ, ਉੱਥੇ ਘੱਟੋ ਘੱਟ ਮੇਰੇ ਹਿਸਾਬ ਨਾਲ 10-20 ਬੂਟੇ ਲਾ ਲੈਣ ਇੱਕ ਗਰੁੱਪ ਬਣਾ ਕੇ। ਉਹਦਾ ਪਰਫੋਰਮੈਂਸ 2 ਸਾਲਾਂ 'ਚ ਇਹਦੀ ਪਰਫੋਰਮੈਂਸ ਪਤਾ ਲੱਗ ਜਾਣੀ ਹੈ ਤੇ ਉਹ ਤੋਂ ਬਾਅਦ ਫਿਰ ਉਹ ਆਪਣੀ ਜ਼ਮੀਨ ਦੇ ਹਿਸਾਬ ਨਾਲ ਆਪਣਾ ਫੈਸਲਾ ਜਿਹੜਾ ਉਹ ਲੈ ਲੈਣ ਕਿ ਉਹਨਾਂ ਨੇ ਬਾਗ ਲਾਉਣਾ ਹੈ ਜਾਂ ਨਹੀਂ ਲਾਉਣਾ। ਬਾਕੀ ਯੂਨੀਵਰਸਿਟੀ ਦੀ ਵੀ ਰਿਸਰਚ ਚੱਲ ਰਹੀ ਆ। ਪਿਛਲੇ ਸਾਲਾਂ 'ਚ ਉਹਨਾਂ ਨੇ 13 ਲੋ ਚਿਲਿੰਗ ਵੈਰਾਈਟੀਜ਼ ਯੂਨੀਵਰਸਿਟੀ ਨੇ ਅਲੱਗ-ਅਲੱਗ ਦੁਨੀਆ ਦੇ ਦੇਸ਼ਾਂ ਤੋਂ ਮੰਗਾ ਕੇ ਲਾਈਆਂ। ਉਹ ਅਵੈਲਿਊਏਸ਼ਨ, ਕਿਉਂਕਿ 2 ਸਾਲ ਦੀ ਪਲਾਂਟੇਸ਼ਨ ਹੈ, ਉਹ ਹਜੇ 2 ਸਾਲਾਂ ਬਾਅਦ ਉਹਦੀ ਅਵੈਲਿਊਏਸ਼ਨ ਹੋਏਗੀ ਤੇ ਇਟ ਵਿਲ ਟੇਕ ਅਨਦਰ 6 years ਟੂ ਰਿਕਮੈਂਡੇਸ਼ਨ। ਬਿਲਕੁਲ, ਹਾਲੇ ਉਧਰੋਂ ਉਮੀਦ ਅਸੀਂ ਘੱਟ ਰੱਖੀਏ ਤਾਜ਼ਾ ਤਰੀਨ, ਕਿਉਂਕਿ ਤੁਸੀਂ ਐਕਸਪੈਰੀਮੈਂਟ ਕਰ ਚੁੱਕੇ ਆ, ਇਸੇ ਕਰਕੇ ਅਸੀਂ ਤੁਹਾਡੇ ਕੋਲ ਆਏ ਆ ਕਿ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ ਔਰ ਜੇ ਕਾਮਯਾਬ ਹੈ ਤਜਰਬਾ ਤੇ ਇਸ ਪਾਸੇ ਵਧਾ ਸਕਦੇ ਔਰ ਕਿਸਾਨਾਂ ਲਈ ਖਾਸ ਤੌਰ ਤੇ ਕਿ ਤੁਹਾਡੇ ਲਈ ਇਹ ਬਹੁਤ ਵਧੀਆ ਮੌਕਾ ਆ ਜਾਂ ਵਧੀਆ ਆਪਸ਼ਨ ਹੈਗੀ ਆ ਕਿ ਤੁਸੀਂ ਆਪਣੇ ਟਿਊਬਵੈੱਲ ਦੇ ਆਸ-ਪਾਸ ਜਾਂ 10-15 ਬੂਟੇ ਲਾ ਕੇ ਵੈਸੇ ਹੀ ਚੈੱਕ ਕਰ ਸਕਦੇ ਹੋ ਆਪਣੀ ਜ਼ਮੀਨ ਨੂੰ ਕਿ ਇਹਨਾਂ ਬੂਟਿਆਂ ਦੇ ਲਈ ਮਾਫਕ ਬੈਠਦੀ ਹੈ ਤੁਹਾਡੀ ਜ਼ਮੀਨ ਜਾਂ ਨਹੀਂ ਮਾਫਕ ਬੈਠਦੀ ਆ। ਬਹੁਤਾ ਜ਼ਿਆਦਾ ਰਿਸਕ ਲੈਣ ਦੀ ਵੀ ਜ਼ਰੂਰਤ ਨਹੀਂ ਹੈ। ਜੇ ਮਾਫਕ ਬੈਠਦੀ ਹੈ ਤਾਂ ਤੁਸੀਂ ਰਿਸਕ ਲੈਣ ਨੂੰ ਤਿਆਰ ਹੋ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਏਗਾ, ਤਜਰਬਾ ਤੁਹਾਡਾ ਹੋ ਜਾਏਗਾ ਕਿ ਮਾਫਕ ਹੈ। ਜੇ ਨਹੀਂ ਤਾਂ ਫਿਰ ਤੁਹਾਨੂੰ ਇਸ ਪਾਸੇ ਪੈਣ ਦੀ ਲੋੜ ਨਹੀਂ ਆ। ਫਿਰ ਤੁਸੀਂ ਜਿਹੜਾ ਕੁਝ ਹੋਰ ਲੱਭ ਸਕਦੇ ਹੋ, ਖੇਤੀਬਾੜੀ ਯੂਨੀਵਰਸਿਟੀ ਦੇ ਨਾਲ, ਬਾਗਬਾਨੀ ਵਿਭਾਗ ਦੇ ਨਾਲ ਰਾਬਤਾ ਬਣਾਓ, ਮਿੱਟੀ ਚੈੱਕ ਕਰਾਓ, ਉੱਥੇ ਕੀ ਕੁਝ ਬਿਹਤਰ ਤਰੀਕੇ ਦਾ ਹੋ ਸਕਦਾ ਤੇ ਕਿਸ ਤਰੀਕੇ ਨਾਲ ਉਹ ਬਿਹਤਰ ਆਪਣੀ ਆਮਦਨ ਕਰ ਸਕਦੇ ਆ। ਕਿਉਂਕਿ ਇਸ ਵੇਲੇ ਜ਼ਰੂਰਤ ਪੰਜਾਬ ਦੇ ਕਿਸਾਨਾਂ ਨੂੰ ਇਸੇ ਗੱਲ ਦੀ ਹੈ ਕਿ ਕੁਝ ਇਹੋ ਜਿਹੀਆਂ ਫਸਲਾਂ ਖੇਤਾਂ ਦੇ ਵਿੱਚ ਉਗਾਈਆਂ ਜਾਣ ਜਿਹੜੀਆਂ ਫਸਲਾਂ ਕਣਕ ਝੋਨੇ ਦਾ ਵਿਕਲਪ ਬਣਦੀਆਂ ਵੀ ਨਜ਼ਰ ਆਉਣ, ਪਰ ਨਾਲ ਦੀ ਨਾਲ ਆਮਦਨ ਦੇ ਮਾਮਲੇ ਦੇ ਵਿੱਚ ਕਿਸਾਨ ਨੂੰ ਇਹਨਾਂ ਦੇ ਨਾਲੋਂ 2 ਕਦਮ
ਅੱਗੇ ਲਿਜਾਂਦੀਆਂ ਨਜ਼ਰ ਆਉਣ ਤਾਂ ਕਿ ਕਰਜ਼ੇ ਦੇ ਬੋਝ ਥੱਲੋਂ ਵੀ ਉਤਰੇ ਉਹ। ਤੇ ਜਿਹੜਾ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਇਸ ਫਸਲੀ ਚੱਕਰ ਦਾ ਕਰਕੇ ਅਸੀਂ ਹੇਠਾਂ ਵੱਲ ਨੂੰ ਜਾ ਰਹੇ ਹਾਂ, ਪਾਣੀ ਸਾਡਾ ਹੇਠਾਂ ਵੱਲ ਨੂੰ ਜਾ ਰਿਹਾ, ਤੇ ਅਸੀਂ ਉਹਦੇ ਤੋਂ ਵੀ ਨਿਜਾਤ ਪਾਈਏ। ਗੁਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਮੈਨੂੰ ਬਹੁਤ ਚੰਗਾ ਲੱਗਾ। ਜਿੱਦਾਂ ਦੀ ਸੇਬ ਦੇ ਵਿੱਚੋਂ ਮਹਿਕ ਆਉਂਦੀ ਹੈ, ਜਿੱਦਾਂ ਸੇਬ ਦੀ ਤਾਸੀਰ ਹੁੰਦੀ ਹੈ ਕਿ ਖਾਓ ਤੇ ਤੁਹਾਡੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ, ਤੇ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਵੀ ਇਦਾਂ ਹੀ ਲੱਗਾ ਕਿ ਜਿੱਦਾਂ ਸੇਬ ਖਾਦਾ ਤੇ ਉਹਦੀ ਤਾਸੀਰ ਮੈਨੂੰ ਕਈ ਲਾਭ ਦੇਗੀ। ਤੁਹਾਡੇ ਨਾਲ ਗੱਲਾਂ ਬਾਤਾਂ ਵੀ ਬਿਲਕੁਲ ਉਸੇ ਤਾਸੀਰ ਵਾਂਗ ਬਹੁਤ ਸਾਰੀ ਲਾਭ ਮੈਨੂੰ ਵੀ ਦੇ ਕੇ ਗਈਆਂ, ਜਾਣਕਾਰੀ ਦੇ ਕੇ ਗਈਆਂ। ਮੈਨੂੰ ਲੱਗਦਾ ਸਾਡੇ ਵਿਊਵਰਸ ਨੂੰ ਵੀ ਬਹੁਤ ਲਾਭ ਮਿਲਿਆ। ਥੈਂਕ ਯੂ ਸਰ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਔਰ ਸਾਡੀ ਕੋਸ਼ਿਸ਼ ਕਿ ਕੁਝ ਵਿਲੱਖਣ ਜਿਹੜੇ ਕਿਸਾਨ ਕਰਦੇ ਨੇ, ਕੁਝ ਅਲੱਗ ਜਿਹੜੇ ਕਿਸਾਨ ਕਰਦੇ ਨੇ, ਜੇ ਐਕਸਪੈਰੀਮੈਂਟ ਹੋ ਰਿਹਾ ਪੰਜਾਬ ਦੇ ਵਿੱਚ ਇੱਦਾਂ ਦਾ, ਤੇ ਉਹ ਐਕਸਪੈਰੀਮੈਂਟ ਤੁਹਾਡੇ ਤੱਕ ਜ਼ਰੂਰ ਪਹੁੰਚਾਇਆ ਜਾਵੇ। ਵੈਸੇ ਤਾਂ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਇੱਕ ਸੇਬ ਰੋਜ਼ ਖਾਣ ਨਾਲ ਡਾਕਟਰ ਤੋਂ ਦੂਰੀ ਬਣੀ ਰਹਿੰਦੀ ਹੈ, ਪਰ ਜਿਹੜੇ ਇਹ ਬਾਗਬਾਨੀ ਦੇ ਡਾਕਟਰ ਆ ਉਹਨਾਂ ਤੋਂ ਤੁਸੀਂ ਦੂਰੀ ਨਹੀਂ ਬਣਾਉਣੀ। ਜੇ ਸੇਬ ਦੀ ਫਸਲ ਲਾਉਣੀ ਆ, ਉਹਨਾਂ ਦੇ ਨਾਲ ਨੇੜਤਾ ਜਿਹੜੀ ਆ ਜ਼ਰੂਰ ਬਣਾ ਕੇ ਰੱਖਣੀ ਆ, ਤਾਂ ਕਿ ਤੁਹਾਡੀ ਸਹੀ ਸਮੇਂ 'ਤੇ ਤੁਹਾਡੀ ਜਿਹੜੀ ਰਹਿਨੁਮਾਈ ਵੀ ਕਰਨ, ਤੁਹਾਡਾ ਮਾਰਗਦਰਸ਼ਨ ਵੀ ਕਰਨ, ਤੇ ਤੁਹਾਡਾ ਜਿੱਥੇ ਵੀ ਲੋੜ ਹੋਵੇ ਨਾਲ ਖੜ੍ਹਦੇ ਵੀ ਨਜ਼ਰ ਆਉਣ। ਕੈਮਰਾਮੈਨ ਪ੍ਰਵੀਨ ਬੋਬੀ ਦੇ ਨਾਲ ਜਸਵੀਰ, ਹੁਸ਼ਿਆਰਪੁਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।